ਜਦੋਂ ਵੀ ਕੋਈ ਅੰਕੜੇ ਸਾਹਮਣੇ ਆਉਂਦੇ ਨੇ, ਚਾਹੇ ਉਹ ਗਲੋਬਲ ਪੀਸ ਇੰਡੈਕਸ ਹੋਵੇ, ਪ੍ਰੈਸ ਇੰਡੈਕਸ ਹੋਵੇ, ਡੈਮੋਕ੍ਰੇਸੀ ਇੰਡੈਕਸ ਹੋਵੇ, ਤਾਂ ਉਸ ਵੇਲੇ ਜਦੋਂ ਭਾਰਤ ਦਾ ਸਥਾਨ ਕਿਤੇ ਪਿੱਛੇ ਖਿਸਕ ਜਾਂਦਾ ਹੈ ਤਾਂ ਫਿਰ ਹਾਏ ਤੌਬਾ ਜ਼ਰੂਰ ਮਚਦੀ ਹੈ ਦੇਸ਼ ਦੇ ਵਿੱਚ। ਜਿਵੇਂ ਕੋਈ ਜਵਾਕ ਜੇ ਫੇਲ ਹੋ ਗਿਆ ਫਿਰ ਕਹਿੰਦਾ ਮੈਨੂੰ ਮਾਸਟਰ ਨੇ ਧੱਕਾ ਕਰਿਆ, ਜੇ ਪਾਸ ਹੋ ਗਿਆ ਫਿਰ ਉਸੇ ਮਾਸਟਰ ਨੂੰ ਉਹ ਚੰਗਾ ਕਹਿ ਦਿੰਦਾ। ਇਹੋ ਜੀ ਸਾਡੀ ਹਾਲਤ ਬਣੀ ਹੋਈ ਹੈ। ਕੁਪੋਸ਼ਣ ਦੇ ਅੰਕੜੇ ਜਿਹੜੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਵਿੱਚ ਆਏ ਨੇ ਸਾਡੇ ਸਾਹਮਣੇ, ਉਹ ਅੰਕੜੇ ਤਾਂ ਇਹਨਾਂ ਦੇ ਆਪਦੇ ਨੇ। ਉਹ ਸਰਵੇਖਣ ਤਾਂ ਭਾਰਤ ਸਰਕਾਰ ਨੇ ਕਰਿਆ, ਉਹ ਸਰਵੇਖਣ ਤਾਂ ਕਰਿਆ ਵੀ ਉਦੋਂ ਹੈ ਜਦ ਇਹ ਤਾਕਤ 'ਚ ਨੇ ਜਿਹੜੀ ਹੁਣ ਸਰਕਾਰ ਹੈ। ਪੰਜਾਬ ਵਰਗੀ ਸਟੇਟ ਜਿੱਥੇ ਕਹਿੰਦੇ ਵੀ ਬੜਾ ਅੰਨਾ, ਮੈਂ ਜੇ ਭਾਰਤ ਦੇ ਅੰਕੜੇ ਦੀ ਗੱਲ ਨਹੀਂ ਕਰਦਾ, ਭਾਰਤ ਦੇ ਉਦੋਂ ਵੀ ਮਾੜੇ ਨੇ ਜੀ। ਪੰਜਾਬ ਦੇ ਵਿੱਚ 6 ਤੋਂ 23 ਮਹੀਨਿਆਂ ਦੇ ਜਿਹੜੇ ਬੱਚੇ ਨੇ, ਉਹਨਾਂ ਚੋਂ 99.1% ਬੱਚੇ ਨੇ ਜਿਨ੍ਹਾਂ ਨੂੰ ਲੋੜ ਅਨੁਸਾਰ ਭੋਜਨ ਨਹੀਂ ਮਿਲਦਾ। 23% ਮਰਦਾਂ ਦੇ ਵਿੱਚ ਖੂਨ ਦੀ ਕਮੀ ਹੈ ਪੰਜਾਬ 'ਚ। ਪੰਜਾਬ ਵਰਗਾ ਸੂਬਾ ਜਿਹੜਾ ਦੇਸ਼ ਦੇ ਅੰਨ ਦਾ ਭੰਡਾਰ ਸਮਝਿਆ ਜਾਂਦਾ ਹੈ, ਜੇ ਉੱਥੇ ਸਾਡੇ ਹਾਲਤ ਹੈ, ਇਹ ਮੈਂ ਸਿਰਫ ਪੋਸ਼ਣ ਦੇ ਅੰਕੜਿਆਂ ਦੀ ਗੱਲ ਕਰ ਰਿਹਾ ਕਿ ਫਿਰ ਹੰਗਰ ਇੰਡੈਕਸ ਨੂੰ ਗਲਤ ਕਹਿਣਾ, ਇਹਦਾ ਮਤਲਬ ਇਹ ਹੈ ਵੀ ਅਸੀਂ ਬਿੱਲੀ ਕਬੂਤਰ ਨੂੰ ਦੇਖ ਕੇ ਅੱਖਾਂ ਮੀਚ ਰਹੀ ਹੈ, ਅਸੀਂ ਦੂਜੇ ਨੂੰ ਦੋਸ਼ ਦੇਣਾ ਚਾਹੁੰਦੇ ਹਾਂ। ਤੁਸੀਂ ਇਸ ਗੱਲ ਨਾਲ ਇਤਫਾਕ ਰੱਖਦੇ ਹੋ ਕਿ ਸਰਕਾਰ ਜਾਣ-ਬੁੱਝ ਕੇ ਇਸ ਨੂੰ ਹੁਣ ਡਿਨਾਈ ਕਰਨ ਲੱਗੀ ਹੋਈ ਹੈ? ਇੱਕ ਪਾਸੇ ਕਹਿੰਦੇ ਨੇ ਕਿ $5 ਟ੍ਰਿਲੀਅਨ ਦੀ ਇਕਨੋਮੀ ਬਣਾਵਾਂਗੇ ਜੀ, ਬੁਲਟ ਟ੍ਰੇਨ ਚਲਾਵਾਂਗੇ ਜੀ, ਹਾਂਜੀ, ਤੇ ਬਾਕੀ ਚੀਜ਼ਾਂ ਹੋ ਰਹੀਆਂ ਨੇ। ਕੀ ਵਾਕਈ ਸਰਕਾਰ ਜਾਣ-ਬੁੱਝ ਕੇ ਮੁਨਕਰ ਹੋ ਰਹੀ ਹੈ? ਕਿ ਹਿੰਦੁਸਤਾਨ ਦੇ ਵਿੱਚ ਅਜੇ ਵੀ ਬਹੁਤ ਵੱਡੀ ਮਾਤਰਾ, ਭਾਵੇਂ ਮਨਰੇਗਾ ਵਰਗੀਆਂ ਸਕੀਮਾਂ ਸ਼ੁਰੂ ਕਰ ਲਈਆਂ, ਕੋਈ ਭਾਵੇਂ ਫੂਡ ਸਿਕਿਉਰਿਟੀ ਐਕਟ ਸ਼ੁਰੂ ਕਰ ਲਿਆ, ਉਹਦੇ ਮੁਤਾਬਕ ਜਿਹੜਾ ਤੁਹਾਡਾ 75% ਜਿਹੜਾ ਰੂਰਲ ਤੇ 60% ਅਰਬਨ, ਉਹ 66% ਟੋਟਲ ਪਾਪੂਲੇਸ਼ਨ ਬਣਦੀ ਹੈ ਜਿਹਨੂੰ ਫੂਡ ਇਨਸਿਕਿਉਰਿਟੀ ਫੇਸ ਕਰ ਰਿਹਾ ਔਰ ਫੂਡ ਸਿਕਿਉਰਿਟੀ ਦੇਣ ਦੀ। 1947 ਜਦ ਅਸੀਂ ਆਜ਼ਾਦ ਹੋਇਆ, ਉਦੋਂ 144 ਸੀ, 1000 ਬੱਚਾ ਜਿਹੜਾ ਜਨਮਦਾ ਸੀ ਉਹਦੇ ਚੋਂ 144 ਬੱਚੇ ਮਰ ਜਾਂਦੇ ਸੀ। 1 ਸਾਲ ਪੂਰਾ ਹੁੰਦਾ ਹੈ ਨਾ। ਉਹ 1991 ਤੋਂ 93 ਚ ਨਾ ਤਾਂ ਅਸੀਂ ਕੋਈ ਹਸਪਤਾਲ ਵਧਾਏ ਸੀ, ਨਾ ਅਸੀਂ ਕੋਈ ਜਨੇਤਿਆਂ ਦੇ ਵਿੱਚ ਇੰਪਰੂਵਮੈਂਟ ਕਰੀ ਸੀ, ਨਾ ਅਸੀਂ ਕੋਈ ਬੱਚਿਆਂ ਦੇ ਰੋਗਾਂ ਦੇ ਇਲਾਜ ਦੀ ਕੋਈ ਇੰਪਰੂਵਮੈਂਟ ਕਰੀ ਸੀ, ਨਾ ਅਸੀਂ ਕੋਈ ਅਨਾਜ ਵੱਧ ਦਿੱਤਾ ਸੀ, ਨਾ ਅਸੀਂ ਕੋਈ ਪੋਸ਼ਣ ਦੀਆਂ ਮੁਹਿੰਮਾਂ ਚਲਾਈਆਂ ਸੀ। ਕੋਈ ਬੰਦੇ ਦਾ ਐਕਸੀਡੈਂਟ ਹੋ ਗਿਆ, ਉਹ ਪੁਲਿਸ ਵਾਲੇ ਉਹਨੂੰ ਚੁੱਕ ਲਿਆਏ ਤੇ ਉਹ ਮਰ ਗਿਆ, ਤੇ ਉਹਨੂੰ ਡਾਕਟਰ ਨੇ ਕਿਹਾ ਵੀ ਟੇਢਾ ਕਰਕੇ ਚੁੱਕ ਕੇ ਲੈ ਆਉਂਦਾ, ਇਹਨੇ ਬਚ ਜਾਣਾ ਸੀ, ਇਹਦੇ ਅੰਦਰ ਖੂਨ ਵੜ ਕੇ ਸਿੱਧਾ ਪਾ ਲੈਂਦਾ ਤੁਸੀਂ, ਉਹ ਅੰਦਰ ਚਲਾ ਗਿਆ। ਉਹ ਪੁਲਿਸ ਵਾਲੇ ਨੇ ਕੰਧ 'ਚ ਸਿਰ ਮਾਰਿਆ, ਸਾਡੇ ਵਾਲਾ ਨਹੀਂ ਕੋਈ ਮਾਰਦਾ, ਇਹ ਬਾਹਰ ਦੇ ਮੁਲਕ ਕੰਧ 'ਚ ਸਿਰ ਮਾਰਿਆ ਵੀ ਇੰਨੀ ਗੱਲ ਦੇ ਉੱਤੇ ਅਸੀਂ ਮਾਰਦਾ। ਤਾਂ ਕੁਝ ਗਿਆਨ ਦੀ ਵੀ ਇਹਦੇ 'ਚ ਲੋੜ। ਜਿਹੜਾ ਕਾਨੂੰਨ ਅੱਜ ਬਣਾ ਰਹੇ ਨੇ, ਆਹ ਡਰਾਫਟ ਪਿਆ ਮੇਰੇ ਕੋਲੇ, ਮੈਂ ਸਭ ਨੂੰ ਭੇਜਿਆ ਵੀ ਯਾਰ ਇਹ ਤੇ ਕਮੈਂਟ ਭੇਜੋ ਵੀ 3 ਸਾਲ ਦੱਸੋ ਲੇਬਲ ਬਦਲਣ ਤੇ ਸਰਕਾਰ ਕਹਿੰਦੀ 3 ਸਾਲ ਤੁਸੀਂ ਭਾਵੇਂ ਉਹ ਪੁਰਾਣਾ ਠੱਗੀ ਠੋਰੀ ਮਾਰੀ ਜਾਓ। ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ 80 ਕਰੋੜ ਭਾਰਤੀਆਂ ਨੂੰ ਜਿਹੜਾ ਉਹ ਮੁਫਤ ਅਨਾਜ ਦੇਣਾ। ਇਹਦਾ ਮਤਲਬ ਇੱਕ ਸਿੱਧਾ ਅਸਰ ਇਹ ਵੀ ਨਿਕਲਦਾ ਹੈ, ਅਰਥ ਇਹ ਨਿਕਲਦਾ ਹੈ ਕਿ 80 ਕਰੋੜ ਫਿਰ ਅਨਾਜ ਖਰੀਦਣ ਦੇ ਕਾਬਿਲ ਨਹੀਂ ਹੈਗੇ, ਇਸ ਕਰਕੇ ਉਹਨਾਂ ਨੂੰ ਅਨਾਜ ਜਿਹੜਾ ਉਹ ਵੰਡਣਾ ਪੈਣਾ। ਇਹ ਨਹੀਂ ਹੈ ਕਿ ਲੋਕਾਂ ਨੂੰ ਗਿਆਨ ਨਹੀਂ ਹੈ ਜਾਂ ਜਾਣਕਾਰੀ ਨਹੀਂ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਦੋਂ ਬੇਰੁਜ਼ਗਾਰੀ, ਜਿਹੜੇ ਆਮਦਨ ਦੇ ਸਾਧਨ ਕਿੱਥੋਂ ਆਣੇ ਨੇ, ਇਹ ਪਿਛਲੇ ਸਮੇਂ 'ਚ ਕਾਰਪੋਰੇਟ ਸੈਕਟਰ ਦੀ ਜਿਹੜੀ ਆਮਦਨ ਹੈ, ਉਹ ਜਿਹੜੀ 1995-96 ਦੇ ਵਿੱਚ 13-14% ਸੀ ਟੋਟਲ GDP 'ਚ, ਉਹ ਕੋਈ 25-30% ਵੱਧ ਗਈ ਹੈ, ਤੇ ਅਸੀਂ ਉਹਨਾਂ ਨੂੰ ਹੋਰ ਸਹੂਲਤਾਂ ਦੇ ਰਹੇ ਹਾਂ। ਪਾਕਿਸਤਾਨ ਵੀ ਇਹੀ ਕੁਝ ਕਰ ਰਿਹਾ। ਸਾਡਾ ਪਾਸਟ ਬੜਾ ਚੰਗਾ ਸੀ। ਮੈਂ ਇਹ ਨਹੀਂ ਕਿਹਾ ਕਿ ਟੈਕਨੋਲੋਜੀ ਨਹੀਂ ਚਾਹੀਦੀ, ਮੈਂ ਇਹ ਕਿਹਾ ਟੈਕਨੋਲੋਜੀ ਜਦ ਤੁਸੀਂ ਲੋਕਾਂ ਦੇ ਜੀਵਨ 'ਚ ਡੇ ਟੂ ਡੇ ਲਾਈਫ ਦੇ ਉੱਤੇ ਟੈਕਨੋਲੋਜੀ ਨਾਲ ਚੀਜ਼ਾਂ ਬਣਾਓ ਕਿ ਲੋਕਾਂ ਨੂੰ ਸਸਤੀਆਂ ਮਿਲਣ, ਵਧੀਆ ਮਿਲਣ। ਇਹ ਥੋੜਾ ਵੀ ਹਰੇਕ ਗੱਲ ਟੈਕਨੋਲੋਜੀ ਦੇ ਨਾਲ ਇਹ ਜਾਣਬੁੱਝ ਕੇ ਕਰ ਰਹੇ ਨੇ, ਕਿਉਂਕਿ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ। ਸਾਡੀ ਸਿਆਸਤ ਗੰਦੀ ਸਿਆਸਤ ਹੈ। ਇੱਕ ਪਾਰਟੀ ਨਹੀਂ ਕੱਢੀ BJP, ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਵਪਾਰੀ ਨੇ, ਪਰਿਵਾਰੀ ਨੇ, ਦਰਬਾਰੀ ਨੇ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ, ਤੇ ਮੈਂ ਹਾਂ ਬਲਦੀਪ ਸਿੰਘ। ਔਰ
ਅੱਜ ਜਿਸ ਮਸਲੇ ਦੇ ਉੱਪਰ ਗੱਲਬਾਤ ਕਰਨੀ ਹੈ ਉਹ ਹੈ ਗਲੋਬਲ ਹੰਗਰ ਇੰਡੈਕਸ ਦੇ ਵੱਲੋਂ ਜਿਹੜੀ ਸੂਚੀ ਜਿਹੜੀ ਹਰ ਸਾਲ ਜਾਰੀ ਹੁੰਦੀ ਹੈ ਉਸ ਦੇ ਵਿੱਚ ਭਾਰਤ ਦਾ ਸਥਾਨ ਕੀ ਹੈਗਾ ਔਰ ਸਾਊਥ ਏਸ਼ੀਆ ਦੇ ਬਾਕੀ ਮੁਲਕਾਂ ਦਾ ਸਥਾਨ ਕੀ ਹੈਗਾ, ਕਿਉਂਕਿ ਜਦੋਂ ਤੋਂ ਇਹ ਸੂਚੀ ਜਾਰੀ ਹੋਈ ਹੈ ਤਾਂ ਉਸ ਤੋਂ ਉਦੋਂ ਤੋਂ ਹੀ ਜਿਹੜਾ ਇਸ ਸੂਚੀ ਨੂੰ ਲੈ ਕੇ ਹੋਰ ਕਿਤੇ ਹੋਵੇ ਨਾ ਹੋਵੇ ਪਰ ਭਾਰਤ ਦੇ ਵਿੱਚ ਚਰਚਾ ਜਿਹੜੀ ਹੈ ਉਹ ਜ਼ਰੂਰ ਛਿੜੀ ਹੋਈ ਹੈ। ਖੈਰ ਅੱਜ ਦੀਵਾਲੀ ਦਾ ਤਿਉਹਾਰ ਵੀ ਹੈ, ਬੰਦੀ ਛੋੜ ਦਿਵਸ ਵੀ ਹੈ, ਸਾਰੇ ਦਰਸ਼ਕਾਂ ਨੂੰ ਜਿਹੜੇ ਨੇ ਇਸ ਚੀਜ਼ ਦੀ ਬਹੁਤ-ਬਹੁਤ ਮੁਬਾਰਕਬਾਦ, ਵਧਾਈ ਹੋਵੇ। ਔਰ ਇਸ ਤਿਉਹਾਰ ਜਿੱਥੇ ਆਪਾਂ ਰੋਸ਼ਨੀ ਦਾ ਤਿਉਹਾਰ ਮਨਾ ਰਹੇ ਹਾਂ ਪਰ ਉੱਥੇ ਹੀ ਸਾਡੇ ਸਮਾਜ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਹਿ ਲਓ ਵੀ ਕੁਝ ਹਲੇ ਪ੍ਰੋਬਲਮਸ ਅਜਿਹੀਆਂ ਨੇ ਜਿਹੜੀਆਂ ਸੌਟ ਆਊਟ ਨਹੀਂ ਹੋਈਆਂ। ਬੇਸ਼ੱਕ ਪਾਰਟੀਆਂ 70 ਸਾਲਾਂ ਦਾ ਪਿਛਲੇ 70 ਸਾਲ ਕੀ ਹੋਇਆ ਜਾਂ ਅਸੀਂ 7 ਸਾਲ ਦੇ ਵਿੱਚ ਕੀ ਕੀਤਾ ਇਸ ਦਾ ਜ਼ਿਕਰ ਜ਼ਰੂਰ ਕਰਦੀਆਂ ਨੇ, ਪਰ ਸਮੱਸਿਆਵਾਂ ਹਲੇ ਵੀ ਜਿਉਂ ਦੀਆਂ ਤਿਉਂ, ਬਲਕਿ ਇਹ ਕਹਿ ਲਈਏ ਕਿ ਜਿਉਂ ਦੀਆਂ ਤੋਂ ਵੀ ਕਈ ਵਾਰ ਗਹਿਰੀਆਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਕਿਉਂ ਹੁੰਦੀਆਂ ਨੇ, ਕਿਉਂ ਇਸ ਤਰੀਕੇ ਦਾ ਵਰਤਾਰਾ ਹੈਗਾ, ਇਹਦੇ ਬਾਰੇ ਚਰਚਾ ਕਰਾਂਗੇ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਜਿਹੜੀ ਹੈ ਉਹ ਜਾਰੀ ਹੋਈ ਹੈ ਔਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾ ਉਸ ਦੇ ਵਿੱਚ 117 ਮੁਲਕਾਂ ਦੇ ਵਿੱਚੋਂ 107ਵਾਂ ਸਥਾਨ ਹੈ। ਕਾਫੀ ਪਿੱਛੇ ਦੀ ਕਤਾਰ ਦੇ ਵਿੱਚ ਭਾਰਤ ਖੜਾ, ਪਹਿਲੇ 100 ਦੇ ਵਿੱਚ ਵੀ ਸ਼ੁਮਾਰ ਨਹੀਂ ਹੋਇਆ। ਬਨਸਪਤ ਇਸ ਦੇ ਦੱਖਣੀ ਏਸ਼ੀਆ ਦੇ ਜਿਹੜੇ ਬਾਕੀ ਮੁਲਕ ਨੇ, ਮੈਂ ਜ਼ਿਕਰ ਕਰਾਂ ਤਾਂ ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਔਰ ਪਾਕਿਸਤਾਨ ਦੇ ਨਾਲੋਂ ਵੀ ਜਿਹੜਾ ਉਹ ਭਾਰਤ ਪਿੱਛੇ ਹੈਗਾ। ਪਾਕਿਸਤਾਨ ਦਾ ਜੇ ਮੈਂ ਰੈਂਕ ਦੱਸਾਂ ਇਸ ਦੇ ਵਿੱਚ ਤਾਂ 99 ਸਥਾਨ ਤੇ ਭਾਰਤ ਹੈਗਾ ਔਰ ਬੰਗਲਾਦੇਸ਼ ਜਿਹੜਾ 84ਵੇਂ ਸਥਾਨ ਤੇ ਬੰਗਲਾਦੇਸ਼ ਹੈਗਾ। ਸ਼੍ਰੀਲੰਕਾ ਜਿਸ ਦੇ ਆਰਥਿਕ ਮਾਲੀ ਹਾਲਾਤ ਜਿਹੜੇ ਨੇ ਉਹ ਪਿਛਲੇ ਦਿਨਾਂ 'ਚ ਪੂਰੀ ਦੁਨੀਆ ਨੇ ਦੇਖੇ ਨੇ ਕੀ ਹਾਲਾਤ ਹੋਏ ਨੇ ਸ਼੍ਰੀਲੰਕਾ ਦੇ, 64 ਰੈਂਕ ਜਿਹੜਾ ਉਹ ਸ਼੍ਰੀਲੰਕਾ ਦਾ ਵੀ ਹੈਗਾ। ਨੇਪਾਲ ਦੀ ਗੱਲ ਕਰੀਏ ਤਾਂ 81ਵੇਂ ਸਥਾਨ ਤੇ ਜਿਹੜਾ ਉਹ ਸ਼੍ਰੀਲੰਕਾ ਹੈਗਾ, ਨੇਪਾਲ ਹੈਗਾ ਔਰ ਭਾਰਤ ਦਾ ਜਦੋਂ ਦੇਖੀਏ ਤਾਂ 107ਵਾਂ। ਸਿਰਫ ਦੱਖਣੀ ਏਸ਼ੀਆ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਜਿਸ ਨੂੰ ਕਿ ਤਾਲਿਬਾਨ ਰੂਲ ਕਹਿ ਕੇ ਵੀ ਲਗਾਤਾਰ ਜਿਹੜਾ ਉਹ ਚਰਚਾ ਕੀਤੀ ਜਾਂਦੀ ਹੈ, ਸਿਰਫ ਉਹ ਸਾਡੇ ਤੋਂ 109ਵੇਂ ਨੰਬਰ ਤੇ ਹੈ, ਮਤਲਬ 2 ਸਥਾਨ ਜਿਹੜਾ ਪਿੱਛੇ ਹੈ ਸਿਰਫ ਕੱਲਾ ਅਫਗਾਨਿਸਤਾਨ ਸਾਊਥ ਏਸ਼ੀਆ ਦੇ ਵਿੱਚ। ਬਾਕੀ ਸਾਰੇ ਮੁਲਕ ਨੇ ਜਿਹੜੇ ਛੋਟੇ ਜਾਂ ਵੱਡੇ ਉਹ ਸਾਡੇ ਤੋਂ ਅੱਗੇ ਨੇ। ਸੋ ਇਸ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਭਾਰਤ ਸਰਕਾਰ ਇਹ ਕਹਿੰਦੀ ਹੈ ਕਿ ਇਹ ਇੰਡੀਆ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ, ਇੰਡੀਆ ਦੀ ਇਮੇਜ ਨੂੰ ਖਰਾਬ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਕੀਤੀ ਹੈ। ਖੈਰ ਜਿੰਨੇ ਵੀ ਜਦੋਂ ਵੀ ਕੋਈ ਅੰਕੜੇ ਸਾਹਮਣੇ ਆਉਂਦੇ ਨੇ, ਚਾਹੇ ਉਹ ਗਲੋਬਲ ਪੀਸ ਇੰਡੈਕਸ ਹੋਵੇ, ਪ੍ਰੈਸ ਇੰਡੈਕਸ ਹੋਵੇ, ਡੈਮੋਕ੍ਰੇਸੀ ਇੰਡੈਕਸ ਹੋਵੇ, ਤਾਂ ਉਸ ਵੇਲੇ ਜਦੋਂ ਭਾਰਤ ਦਾ ਸਥਾਨ ਕਿਤੇ ਪਿੱਛੇ ਖਿਸਕ ਜਾਂਦਾ ਹੈ ਤਾਂ ਫਿਰ ਹਾਏ ਤੌਬਾ ਜ਼ਰੂਰ ਮਚਦੀ ਹੈ ਦੇਸ਼ ਦੇ ਵਿੱਚ ਕਿ ਇਹ ਤਾਂ ਸਾਡੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਪਰ ਜੇ ਕੋਈ ਅੰਕੜਾ ਜਿਹੜਾ ਉਹ ਕਿਸੇ ਸੰਸਥਾ ਦੇ ਵੱਲੋਂ ਭਾਰਤ ਦੇ ਹੱਕ ਦੇ ਵਿੱਚ ਦੇ ਦਿੱਤਾ ਜਾਵੇ ਫਿਰ ਸਰਕਾਰਾਂ ਆਪਣੀਆਂ ਪਿੱਠ ਜ਼ਰੂਰ ਥਾਪੜਦੀਆਂ ਨੇ। ਖੈਰ ਇਹ ਜਿਹੜੀ ਸੰਸਥਾ ਹੈਗੀ ਆ ਜਿਸ ਦੇ ਵੱਲੋਂ ਗਲੋਬਲ ਹੰਗਰ ਇੰਡੈਕਸ ਜਾਰੀ ਕੀਤਾ ਜਾਂਦਾ, ਬੇਸਿਕਲੀ 2 ਹੈਗੀਆਂ ਨੇ ਸੰਸਥਾਵਾਂ ਇਹਦੇ ਵਿੱਚ, ਕੰਸਰਨ ਵਰਲਡ ਵਾਈਡ ਔਰ ਵੈਲਥ ਹੰਗਰ ਹਾਈਫ ਜਿਹੜਾ ਇਹ ਸੰਸਥਾ ਹੈਗੀ ਹੈ ਯੂਰਪੀਅਨ NGO ਹੈ ਵੈਲਥ ਹੰਗਰ ਹਾਈਫ ਔਰ 2006 ਦੇ ਵਿੱਚ ਜਿਹੜਾ ਗਲੋਬਲ ਹੰਗਰ ਇੰਡੈਕਸ ਦੀ ਸ਼ੁਰੂਆਤ ਹੁੰਦੀ ਹੈ। ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਭੁੱਖਮਰੀ ਨੂੰ ਘਟਾਉਣ ਦੇ ਵਿੱਚ ਵੀ ਇਹ ਸੰਸਥਾਵਾਂ ਨੇ ਆਪਣਾ ਰੋਲ ਨਿਭਾਉਂਦੀਆਂ ਨੇ। ਅਜਿਹਾ ਨਹੀਂ ਕਿ ਇਹ ਸੰਸਥਾਵਾਂ ਜਿਹੜੀਆਂ ਇਕੱਲੀ ਅੰਕੜੇ ਜਾਰੀ ਕਰਦੀਆਂ ਨੇ, ਰੋਲ ਵੀ ਇਹਨਾਂ ਦਾ ਹੈਗਾ ਕਿ ਭੁੱਖਮਰੀ ਨੂੰ ਕਿਸੇ ਹੱਦ ਤੱਕ ਕਾਬੂ ਕੀਤਾ ਜਾਵੇ, ਲੋਕਾਂ ਤੱਕ ਰਾਸ਼ਨ ਪਹੁੰਚਾ ਕੇ। ਔਰ ਅੱਜ ਦੀ ਇਸ ਵਿਸ਼ੇਸ਼ ਚਰਚਾ ਦੇ ਵਿੱਚ ਸਾਡੇ ਨਾਲ 2 ਖਾਸ ਮਹਿਮਾਨ ਜੁੜੇ ਹੋਏ ਨੇ, ਡਾਕਟਰ ਪਿਆਰੇ ਲਾਲ ਗਰਗ ਨੇ ਔਰ ਨਾਲ ਦੀ ਨਾਲ ਡਾਕਟਰ RS ਘੁੰਮਣ ਨੇ, ਇਕਨੋਮਿਕਸ ਐਕਸਪਰਟ ਨੇ। ਡਾਕਟਰ RS ਘੁੰਮਣ ਔਰ ਡਾਕਟਰ ਪਿਆਰੇ ਲਾਲ ਗਰਗ ਨੇ ਜਿਹੜੇ ਉਹ ਹੈਲਥ ਦੇ ਆਪਾਂ ਮਾਹਰ ਜਿਹੜੇ ਨੇ ਉਹ ਹੈਗੇ ਨੇ ਔਰ ਇਹਨਾਂ ਦੋਨਾਂ ਖਾਸ ਮਹਿਮਾਨਾਂ ਨਾਲ ਗੱਲਬਾਤ ਕਰਾਂਗੇ ਕੀ ਨੁਕਤੇ ਨੇ, ਕੀ ਪਹਿਲੂ ਨੇ, ਭਾਰਤ ਇੰਨਾ ਪਿੱਛੇ ਕਿਉਂ ਹੈ। ਸੋ ਸ਼ੁਰੂਆਤ ਜਿਹੜੀ ਹੈ ਮੈਂ ਡਾਕਟਰ ਪਿਆਰੇ ਲਾਲ ਗਰਗ ਜੀ ਤੋਂ ਕਰਨਾ ਚਾਹੂੰਗਾ। ਪਹਿਲਾਂ ਤਾਂ ਸਵਾਗਤ ਹੈ ਦੋਨਾਂ ਮਹਿਮਾਨਾਂ ਦਾ ਗਲੋਬਲ ਪੰਜਾਬ TV ਦੇ ਉੱਪਰ। ਸ਼ੁਕਰੀਆ ਜੀ ਬਹੁਤ। ਡਾਕਟਰ ਸਾਹਿਬ ਇਸ ਰਿਪੋਰਟ ਨੂੰ ਜਿਹੜਾ ਇੱਕ ਡਾਕਟਰ ਵਜੋਂ, ਇੱਕ ਸਿਹਤ ਮਾਹਰ ਵਜੋਂ ਤੁਸੀਂ ਕਿਵੇਂ ਦੇਖਦੇ ਹੋ, ਜੋ ਕਿ 107ਵਾਂ ਸਥਾਨ ਹੈਗਾ ਔਰ ਭਾਰਤ ਤਾਂ ਖੈਰ ਕਹਿ ਰਿਹਾ ਕਿ ਟਾਰਨਿਸ਼ ਕਰਨ ਦੀ ਕੋਸ਼ਿਸ਼ ਹੈ, ਪਰ ਇੱਕ ਡਾਕਟਰ ਵਜੋਂ ਤੁਹਾਨੂੰ ਇਹ ਕਿਵੇਂ ਨਜ਼ਰ ਆਉਂਦੀ ਹੈ ਰਿਪੋਰਟ? ਤੁਸੀਂ ਸਾਰੇ ਅੰਕੜੇ ਦੱਸ ਦਿੱਤੇ ਨੇ ਵੀ ਬਾਕੀ ਮੁਲਕ ਸਾਡੇ ਆਲੇ ਦੇ ਗੁਆਂਢੀ ਮੁਲਕ ਨੇ ਜਿਹੜੇ 90 ਤੋਂ ਥੱਲੇ ਨੇ ਤੇ ਅਸੀਂ 17 ਤੋਂ ਉਹਨਾਂ ਤੋਂ ਉੱਪਰ ਹੈਗੀਆਂ, ਮਤਲਬ ਉਸ ਤੋਂ ਜੇ ਜਾਈਏ ਤੇ ਜਿਹੜੇ ਅੰਕੜੇ ਤੁਸੀਂ ਦਿੱਤੇ ਨੇ ਉਹਦੇ ਚ ਸਾਰਿਆਂ ਨੂੰ ਜੇ ਅਸੀਂ ਦੇਖੀਏ
ਤਾਂ ਭਾਰਤ ਬੇਸ਼ੱਕ ਕੋਈ ਕਹੀ ਜਾਵੇ, ਜਿਵੇਂ ਕੋਈ ਜਵਾਕ ਜੇ ਫੇਲ ਹੋ ਗਿਆ ਫਿਰ ਕਹਿੰਦਾ ਮੈਨੂੰ ਮਾਸਟਰ ਨੇ ਧੱਕਾ ਕਰਿਆ, ਜੇ ਪਾਸ ਹੋ ਗਿਆ ਫਿਰ ਉਸੇ ਮਾਸਟਰ ਨੂੰ ਉਹ ਚੰਗਾ ਕਹਿ ਦਿੰਦਾ। ਇਹੋ ਜੀ ਸਾਡੀ ਹਾਲਤ ਬਣੀ ਹੋਈ ਹੈ। ਅਸੀਂ ਬਿਲਕੁਲ ਆਪਣੀ ਗੱਲ ਤੋਂ ਮੁਨਕਰ ਹੋਣ ਵਾਸਤੇ, ਆਪਣੀ ਹਾਲਤ ਤੋਂ ਮੁਨਕਰ ਹੋਣ ਦੇ ਆਦੀ ਬਣੇ ਹੋਏ ਹਾਂ, ਔਰ ਲੋਕਾਂ ਨੂੰ ਵੀ ਅਸੀਂ ਇਸੇ ਪਾਸੇ ਤੋਰਦੇ ਹਾਂ। ਅਸੀਂ ਉਹਨਾਂ ਨੂੰ ਤਾਂ ਕਹਿਤਾ ਵੀ ਜੀ ਸਾਡਾ ਤਾਂ ਜੀ ਤੁਸੀਂ ਗਲਤ ਕੱਢਿਆ ਇਹ ਭੁੱਖਮਰੀ ਦਾ ਜਿਹੜਾ ਤੁਹਾਡਾ ਸੂਚਕ ਹੈ, ਸਾਡੇ ਤਾਂ ਇੰਨੀ ਭੁੱਖਮਰੀ ਹੈ ਨਹੀਂ, ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ। ਤੇ ਜਿਹੜਾ ਅਸੀਂ ਆਪ ਨੈਸ਼ਨਲ ਫੈਮਿਲੀ ਹੈਲਥ ਸਰਵੇ ਕਰਿਆ, ਰਾਸ਼ਟਰੀ ਸਿਹਤ ਸਰਵੇਖਣ ਜੀ ਪਰਿਵਾਰ ਦਾ, ਹਰ ਪਰਿਵਾਰ ਦਾ, ਉਹਦੇ ਵਿੱਚ ਜਿਹੜੇ ਪਿਛਲੇ ਸਾਲ ਹੀ ਅੰਕੜੇ ਜਾਰੀ ਹੋਏ, ਉਹਨਾਂ ਦੇ ਵਿੱਚ ਜਦ ਅਸੀਂ ਦੇਖਦੇ ਹਾਂ, ਉਹ ਇਹੀ ਨਹੀਂ ਕਿ ਸਾਡਾ ਹੁੰਦਾ ਸੂਚਕ ਕੀ ਨੇ ਉਹਨਾਂ ਅੰਕੜਿਆਂ ਦੇ। ਮੈਂ ਇਕੱਲੇ ਪੋਸ਼ਣ ਦੇ ਬਾਰੇ ਅੰਕੜਿਆਂ ਦੀ ਗੱਲ ਕਰਦਾ, ਮੈਂ ਬਾਕੀ ਸਿਹਤ ਬਾਰੇ ਅੰਕੜਿਆਂ ਦੀ ਗੱਲ ਨਹੀਂ ਅਜੇ ਕਰ ਰਿਹਾ। ਉਹ ਪੋਸ਼ਣ ਦੇ ਅੰਕੜੇ ਜਿਹੜੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਵਿੱਚ ਆਏ ਨੇ ਸਾਡੇ ਸਾਹਮਣੇ, ਉਹ ਅੰਕੜੇ ਤਾਂ ਇਹਨਾਂ ਦੇ ਆਪਦੇ ਨੇ। ਉਹ ਸਰਵੇਖਣ ਤਾਂ ਭਾਰਤ ਸਰਕਾਰ ਨੇ ਕਰਿਆ, ਉਹ ਸਰਵੇਖਣ ਤਾਂ ਕਰਿਆ ਵੀ ਉਦੋਂ ਹੈ ਜਦ ਇਹ ਤਾਕਤ 'ਚ ਨੇ ਜਿਹੜੀ ਹੁਣ ਸਰਕਾਰ ਹੈ। ਉਹ ਸਰਵੇਖਣ ਤਾਂ ਇਹਨਾਂ ਨੇ ਖੁਦ ਹੀ ਜਾਰੀ ਕਰਿਆ। ਉਹ ਸਰਵੇਖਣ ਕੀ ਕਹਿੰਦਾ ਹੈ ਜੀ? ਉਹ ਸਰਵੇਖਣ ਕਹਿੰਦਾ ਹੈ ਵੀ ਜਿਹੜੇ ਭਾਰਤ ਦੇ ਵਿੱਚ 6 ਤੋਂ ਪੰਜਾਬ ਵਰਗੀ ਸਟੇਟ, ਜਿੱਥੇ ਕਹਿੰਦੇ ਵੀ ਬੜਾ ਅੰਨਾ, ਮੈਂ ਜੇ ਭਾਰਤ ਦੇ ਅੰਕੜੇ ਦੀ ਗੱਲ ਨਹੀਂ ਕਰਦਾ, ਭਾਰਤ ਦੇ ਉਦੋਂ ਵੀ ਮਾੜੇ ਨੇ ਜੀ। ਪੰਜਾਬ ਦੇ ਵਿੱਚ 6 ਤੋਂ 23 ਮਹੀਨਿਆਂ ਦੇ ਜਿਹੜੇ ਬੱਚੇ ਨੇ, ਉਹਨਾਂ ਚੋਂ 99.1% ਬੱਚੇ ਨੇ ਜਿਨ੍ਹਾਂ ਨੂੰ ਲੋੜ ਅਨੁਸਾਰ ਭੋਜਨ ਨਹੀਂ ਮਿਲਦਾ। ਔਰ 6 ਤੋਂ 23 ਮਹੀਨੇ ਉਹ ਸਮਾਂ ਹੁੰਦਾ ਹੈ ਜਦ ਉਹਨਾਂ ਦੇ ਵਿਕਾਸ ਦਾ ਸਮਾਂ ਹੁੰਦਾ ਹੈ, ਕਿਉਂਕਿ ਜਿਹੜਾ ਸਾਡਾ ਦਿਮਾਗ ਹੈ, ਜਿਹੜਾ ਸਾਡਾ ਸਿਰ ਹੈ, ਇਹ 3 ਸਾਲ ਦੀ ਉਮਰ ਤੱਕ, ਜਨਮ ਦੇ ਵੇਲੇ ਇਹਦਾ ਘੇਰਾ 34 ਸੈਂਟੀਮੀਟਰ ਹੁੰਦਾ ਹੈ, ਤੇ 3 ਸਾਲ ਦੀ ਉਮਰ ਤੇ ਜਾ ਕੇ ਇਹ ਤਕਰੀਬਨ 49 ਸੈਂਟੀਮੀਟਰ ਹੋ ਜਾਂਦਾ ਹੈ। ਤੇ ਜੇ ਅਸੀਂ ਬਾਲਗ ਦਾ ਦੇਖੀਏ, ਉਹ 53 ਤੋਂ 54 55 ਹੁੰਦਾ ਹੈ। ਸੋ 3 ਸਾਲ ਦੀ ਉਮਰ ਤੱਕ ਉਹਨੇ ਹੋਣਾ ਹੁੰਦਾ, ਤੇ ਉਹਦਾ ਹਾਲ ਤੇ ਹੀ, ਮਤਲਬ ਆਪਾਂ ਕਹਿ ਲਈਏ ਵੀ ਮੋਟੇ ਸ਼ਬਦਾਂ 'ਚ ਸਮਝ ਲਈਏ ਵੀ 90% ਜਿਹੜਾ ਉਹ ਡਿਵੈਲਪ ਹੋ ਚੁੱਕਿਆ ਹੁੰਦਾ ਉਸ ਵੇਲੇ ਤੱਕ। ਹਾਂ, ਦਿਮਾਗ 90% ਡਿਵੈਲਪ ਹੋ ਚੁੱਕਿਆ ਹੁੰਦਾ ਹੈ। ਤੇ ਉਹਨਾਂ ਦੇ ਵਿੱਚੋਂ ਉਹ ਜਿਹੜੇ ਬੱਚੇ ਨੇ ਪਰ 6 ਤੋਂ 23 ਮਹੀਨਿਆਂ ਦੇ, ਉਹਨਾਂ ਨੂੰ 11% ਨੂੰ ਕਹਿ ਲਓ ਰਫਲੀ 11% ਨੂੰ ਹੀ ਲੋੜ ਅਨੁਸਾਰ ਭੋਜਨ ਮਿਲਦਾ ਹੈ, 99% ਨੂੰ ਭੋਜਨ ਹੀ ਨਹੀਂ ਮਿਲਦਾ। ਬਹੁਤ ਹੈਰਾਨ ਕਰਨ ਵਾਲਾ ਅੰਕੜਾ ਪੰਜਾਬ ਦੇ ਵਿੱਚ ਆਪਦਾ ਅੰਕੜਾ ਹੈ, ਮੈਂ ਨਹੀਂ ਕਹਿ ਰਿਹਾ, ਭਾਰਤ ਸਰਕਾਰ ਦਾ ਅੰਕੜਾ ਹੈ, ਛਪੇ ਹੋਏ ਨੇ ਅੰਕੜੇ, ਤਾਜ਼ੇ ਆਏ ਨੇ ਕਿਉਂਕਿ ਪਿਛਲੇ ਸਾਲ ਹੀ ਦਸੰਬਰ 'ਚ। ਦੂਜਾ ਅੰਕੜਾ ਇਹ ਦੱਸਦਾ ਹੈ, ਦੂਜਾ ਅਸੀਂ ਦੇਖੇ, ਇਹ ਤਾਂ ਹੋ ਗਿਆ ਭੋਜਨ ਕਿੰਨਾ ਮਿਲਦਾ ਹੈ। ਫਿਰ ਆਪਾਂ ਦੇਖੀਏ ਵੀ ਭੋਜਨ ਦਾ ਸਰੀਰ ਤੇ ਅਸਰ ਕਿੰਨਾ ਕੁ ਹੈ। ਭੋਜਨ ਦੇ ਵਿੱਚ ਕੱਢੀਆਂ ਅਸੀਂ ਕਹਿੰਦੇ ਪ੍ਰੋਟੀਨ, ਕੈਲੋਰੀ, ਮਾਲ ਨਿਊਟ੍ਰੀਸ਼ਨ। ਹੁਣ ਜਦ ਅਸੀਂ ਦੇਖਦੇ ਹਾਂ ਤਾਂ ਸਾਡੀਆਂ ਜਿਹੜੀਆਂ ਮੁਟਿਆਰਾਂ ਨੇ, ਉਹ 60% ਦੇ ਵਿੱਚ ਖੂਨ ਦੀ ਕਮੀ ਹੈ, ਉਸੇ ਰਿਪੋਰਟ 'ਚ ਲਿਖਿਆ। ਜੇ ਸਾਡੀਆਂ 13 ਸਾਲ ਤੋਂ ਲੈ ਕੇ 19 ਸਾਲ ਤੱਕ ਦੀਆਂ ਟੀਨਏਜਰ ਜਿਹਨੂੰ ਕਹਿੰਦੇ ਨੇ, ਜਿਨ੍ਹਾਂ ਨੂੰ ਆਪਾਂ ਅੱਲੜਾਂ ਕਹਿੰਦੇ ਆ, ਅੱਲੜ ਕੁੜੀਆਂ ਕਹਿ ਲਓ, ਮੁਟਿਆਰਾਂ ਕਹਿ ਲਓ, ਉਹ ਜੇ 60% ਤੋਂ ਵੱਧ, ਬਲਕਿ 70% ਹੈ ਚੱਲ, ਉਹ ਖੂਨ ਦੀ ਕਮੀ ਦਾ ਸ਼ਿਕਾਰ ਨੇ। ਫਿਰ ਅਸੀਂ ਲੈ ਲਓ ਗਭਰੇਟ, ਇਹੀ 13 ਤੋਂ 19 ਦੇ 30% ਗਭਰੇਟ ਨੇ ਜਿਹੜੇ, ਉਹਨਾਂ 'ਚ ਖੂਨ ਦੀ ਕਮੀ ਹੈ। ਜੇ ਅਸੀਂ ਜਿਹੜੀਆਂ ਜਣੇਪੇ ਦੀ ਉਮਰ ਦੇ ਵਿੱਚ ਮਾਵਾਂ ਨੇ ਜਾਂ ਦੁੱਧ ਚੁੰਘਾਉਂਦੀਆਂ ਮਾਵਾਂ ਨੇ, ਜੇ ਅਸੀਂ ਉਹਨਾਂ 'ਚ ਖੂਨ ਦੀ ਕਮੀ ਦਾ ਹਿਸਾਬ ਲਾਈਏ, ਉਹ 57-58% ਖੂਨ ਦੀ ਕਮੀ ਹੈ ਉਹਨਾਂ 'ਚ, ਜਦ ਕਿ ਪਹਿਲਾਂ 2005 ਦੇ ਸਰਵੇਖਣ 'ਚ ਉਹ ਸੀਗੀ 38% 'ਚ। ਜੇ 38 ਤੋਂ 57 ਪਹੁੰਚ ਕੇ 19% ਵੱਧ ਗਈ ਹੈ, ਤੇ ਇਹ ਕਿਹਨੇ ਵਧਾਈ ਹੈ? ਤਾਂ ਮਤਲਬ ਅਸੀਂ ਥੱਲੇ ਜਾ ਰਹੇ ਹਾਂ, ਇਹ 'ਚ ਕੋਈ ਸੱਚ, ਇਹ 'ਚ ਕੋਈ ਝੂਠ ਹੀ ਨਹੀਂ, ਇਹਦੇ ਆਪਦੇ ਅੰਕੜੇ ਦੱਸਦੇ ਨੇ। ਔਰ ਇਹ ਭਾਰਤ ਸਰਕਾਰ ਦੇ ਆਪਣੇ ਅੰਕੜੇ ਨੇ, ਇਹ ਭਾਰਤ ਸਰਕਾਰ ਦੇ ਅੰਕੜੇ ਨੇ, ਆਪ ਜਾਰੀ ਕਰੇ ਨੇ, ਦਫ਼ਤਰੀ ਪ੍ਰਿੰਟਡ ਅੰਕੜੇ ਨੇ, ਅਵੇਲੇਬਲ ਨੇ, ਜਿਹਨੇ ਦੇਖਣਾ ਦੇਖ ਲਓ। ਨੈਸ਼ਨਲ ਫੈਮਿਲੀ ਹੈਲਥ ਸਰਵੇ ਰਾਉਂਡ 5 ਪਾ ਕੇ ਦੇਖੋ, ਆ ਜਾਣਗੇ ਗੂਗਲ 'ਚ, ਜਦ ਮਰਜੀ ਪਾ ਲਓ। ਇਸੇ ਤਰ੍ਹਾਂ ਹੀ ਜਿਹੜੇ ਅਸੀਂ ਕਹਿੰਦੇ ਵੀ ਮਰਦਾਂ 'ਚ ਤਾਂ ਕੋਈ ਕਮਜ਼ੋਰੀ ਹੁੰਦੀ ਹੋਈ ਨਹੀਂ, 23% ਜਿਹੜੇ ਮਰਦ ਨੇ, ਜਿਹੜੇ ਗਵਰੇਟ ਨੇ, ਉਹ ਤਾਂ 30%, 23% ਮਰਦਾਂ ਦੇ ਵਿੱਚ ਖੂਨ ਦੀ ਕਮੀ ਹੈ ਪੰਜਾਬ 'ਚ। ਪੰਜਾਬ ਵਰਗਾ ਸੂਬਾ ਜਿਹੜਾ ਦੇਸ਼ ਦੇ ਅੰਨ ਦਾ ਭੰਡਾਰ ਸਮਝਿਆ ਜਾਂਦਾ ਹੈ, ਜੇ ਉੱਥੇ ਸਾਡੇ ਹਾਲਤ ਹੈ, ਇਹ ਮੈਂ ਸਿਰਫ ਪੋਸ਼ਣ ਦੇ ਅੰਕੜਿਆਂ ਦੀ ਗੱਲ ਕਰ ਰਿਹਾ,
ਤੇ ਫਿਰ ਹੰਗਰ ਇੰਡੈਕਸ ਨੂੰ ਗਲਤ ਕਹਿਣਾ, ਇਹਦਾ ਮਤਲਬ ਇਹ ਆ ਵੀ ਅਸੀਂ ਬਿੱਲੀ ਕਬੂਤਰ ਨੂੰ ਦੇਖ ਕੇ ਅੱਖਾਂ ਮੀਚ ਰਹੀ ਹੈ, ਅਸੀਂ ਦੂਜੇ ਨੂੰ ਦੋਸ਼ ਦੇਣਾ ਚਾਹੁੰਦੇ ਆ। ਅਸੀਂ ਕਿਹੜੇ ਇੰਡੈਕਸ 'ਚ ਅੱਗੇ ਆ? ਅਸੀਂ ਤਾਂ ਲੋਕਾਂ ਨੂੰ ਲੜਾਈ ਜਾਂਦੇ ਆ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਭੁੱਖਮਰੀ ਦਾ ਉਹਨਾਂ ਨੂੰ ਸ਼ਿਕਾਰ ਖੁਦ ਬਣਾ ਰਹੇ ਹਾਂ। ਚਲੋ ਆਪਾਂ ਠੀਕ ਹੈ ਡਾਕਟਰ ਸਾਹਿਬ, ਤੁਸੀਂ ਕੰਟੀਨਿਊ ਕਰਿਓ ਜ਼ਰੂਰ ਇਸ ਤੇ। ਮੈਂ ਆਪਾਂ ਰਿਐਕਸ਼ਨ ਆਰਐਸ ਘੁੰਮਣ ਜੀ ਨੂੰ ਵੀ ਜੋੜ ਲਈਏ ਨਾਲ। ਆਪਾਂ ਘੁੰਮਣ ਸਾਹਿਬ ਇਤਫਾਕ ਰੱਖਦੇ ਹੋ ਜਿਹੜੀ ਗੱਲ ਮੈਂ ਖੈਰ ਸ਼ੁਰੂ ਕੀਤੀ, ਔਰ ਉਸੇ ਗੱਲ ਨੂੰ ਕਿਤੇ ਨਾ ਕਿਤੇ ਡਾਕਟਰ ਪਿਆਰੇ ਲਾਲ ਗਰਗ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਵੇ ਵੀ ਬਿੱਲੀ ਨੂੰ ਦੇਖ ਕੇ ਕਬੂਤਰ ਜਿਹੜਾ ਅੱਖਾਂ ਮੀਚ ਲਵੇ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਖਤਰਾ ਨਹੀਂ ਹੈ। ਤੁਸੀਂ ਇਸ ਗੱਲ ਨਾਲ ਇਤਫਾਕ ਰੱਖਦੇ ਹੋ ਕਿ ਸਰਕਾਰ ਜਾਣ ਬੁੱਝ ਕੇ ਇਸ ਨੂੰ ਹੁਣ ਡਿਨਾਈ ਕਰਨ ਲੱਗੀ ਹੋਈ ਹੈ? ਇੱਕ ਪਾਸੇ ਕਹਿੰਦੇ ਨੇ ਕਿ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣਾਵਾਂਗੇ ਜੀ, ਬੁਲਟ ਟ੍ਰੇਨ ਚਲਾਵਾਂਗੇ ਜੀ, ਹਾਂਜੀ, ਤੇ ਬਾਕੀ ਚੀਜ਼ਾਂ ਹੋ ਰਹੀਆਂ ਨੇ। ਕੀ ਵਾਕਈ ਸਰਕਾਰ ਜਾਣ ਬੁੱਝ ਕੇ ਮੁਨਕਰ ਹੋ ਰਹੀ ਹੈ? ਬਹੁਤ ਬਹੁਤ ਧੰਨਵਾਦ ਜੀ ਮੈਨੂੰ ਅੱਜ ਸਰੋਤਿਆਂ ਨਾਲ ਜੋੜਨ ਲਈ, ਤੇ ਮੇਰੇ ਸਾਥੀ ਪੈਨਲਿਸਟ ਡਾਕਟਰ ਪਿਆਰਾ ਲਾਲ ਗਰਗ ਜੀ ਨਾਲ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਜੀ। ਅਸਲ ਦੇ ਵਿੱਚ ਜੋ ਤੁਸੀਂ ਪਹਿਲਾਂ ਕਿਹਾ ਤੇ ਜੋ ਡਾਕਟਰ ਸਾਹਿਬ ਨੇ ਕਿਹਾ, ਉਹਦੇ ਵਿੱਚ ਕੋਈ ਅਤਕਥਨੀ ਨਹੀਂ, ਉਹ ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਅਕਸਰ ਹੀ ਅਜਿਹੇ ਸਮਾਜਿਕ ਮੁੱਦਿਆਂ ਤੇ ਗੱਲ ਕਰਦੇ ਰਹਿੰਦੇ ਆ, ਮੈਂ ਵੀ ਕਦੀ ਕਦੀ ਕਰਦਾ ਰਹਿਣਾ, ਪਰ ਮੈਂ ਜਿਹੜੀ ਗੱਲ ਕਰਾਂਗਾ ਉਹ ਇੱਕ ਅਰਥ ਵਿਗਿਆਨ ਦੇ, ਅਰਥ ਸ਼ਾਸਤਰ ਦੇ ਵਿਦਿਆਰਥੀ ਹੋਣ ਦੇ ਨਾਤੇ ਕਰਾਂਗਾ। ਔਰ ਮੈਨੂੰ ਖੁਸ਼ੀ ਹੈ ਕਿ ਹੈਲਥ ਦੇ ਤੋਂ ਇਲਾਵਾ ਵੀ ਡਾਕਟਰ ਸਾਹਿਬ ਬਹੁਤ ਮਹਾਰਤ ਰੱਖਦੇ ਨੇ ਜੀ। ਮੈਂ ਸਿਰਫ ਸਭ ਤੋਂ ਪਹਿਲਾਂ ਗੱਲ ਇਹ ਕਰਨੀ ਹੈ ਕਿ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਭੁੱਖਮਰੀ ਇੰਡੀਆ 'ਚ ਹੈਗੀ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪ੍ਰਤੀ ਵਿਅਕਤੀ ਆਮਦਨ ਜਿਹੜੀ ਭੋਜਨ ਦੀ ਉਪਲਬਧੀ ਹੈ ਉਹਦੇ ਵਿੱਚ ਕੋਈ ਬਹੁਤ ਵਾਧਾ ਨਹੀਂ ਹੋਇਆ ਬਹੁਤ ਸਾਲਾਂ ਤੋਂ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਾਡੀਆਂ ਸਰਕਾਰਾਂ ਡਿਨਾਇਲ ਮੋਡ 'ਚ ਰਹਿੰਦੀਆਂ ਨੇ ਹਮੇਸ਼ਾ ਹੀ। ਨਾ ਕੇਵਲ ਜਿਹੜੇ ਅੰਤਰਰਾਸ਼ਟਰੀ ਸੰਸਥਾਵਾਂ ਅੰਕੜੇ ਜਾਰੀ ਕਰਦੀਆਂ ਨੇ, ਜਾਂ ਆਕਸਫੈਮ ਹੈ ਜਾਂ WHO ਜਾਂ ਹੋਰ ਉਹਨਾਂ ਤੇ ਕੋਵਿਡ ਬਾਰੇ ਵੀ ਇਹ ਬੜਾ ਵਿਵਾਦ ਚੱਲਿਆ ਕਿ 10 ਗੁਣਾ ਘੱਟ ਅੰਕੜੇ ਦਿੱਤੇ ਨੇ, ਇਹ ਫੇਰ ਵੀ ਨਹੀਂ ਮੰਨੇ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਸੀਂ ਉਦਾਹਰਨਾਂ ਦੇ ਸਕਦੇ ਹਾਂ। ਪਰ ਮੈਂ ਵਾਪਸ ਆਉਣਾ ਹੈ ਹੰਗਰ ਇੰਡੈਕਸ ਤੇ। ਹੰਗਰ ਇੰਡੈਕਸ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਇੱਕ ਜਰਮਨ ਦੀ NGO ਤੇ ਇੱਕ ਆਇਰਲੈਂਡ ਦੀ NGO ਜੀ ਜੀ, ਪਰ ਉਹ ਜਿਹੜਾ ਕੰਮ ਕਰਦੀਆਂ ਨੇ ਉਹ ਫੂਡ ਇਨਸਿਕਿਉਰਿਟੀ ਐਕਸਪੀਰੀਅੰਸ ਸਕੇਲ ਹੈ। ਜਿਹੜਾ ਭੋਜਨ ਦੀ ਜਿਹੜੀ ਅਨਿਸ਼ਚਿਤਤਾ ਬਾਰੇ ਤਜਰਬਾ ਹੈ ਲੋਕਾਂ ਦਾ, ਉਹ ਇੱਕ ਸਕੇਲ ਤਿਆਰ ਕੀਤਾ FAO ਨੇ, ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਆਫ ਇੰਡੀਆ ਨੇ। ਉਹਦੇ ਵਿੱਚ 8 ਕਿਸਮ ਦੇ ਸਵਾਲ ਨੇ, 8 ਕਿਸਮ ਦੇ ਪੈਰਾਮੀਟਰਸ ਨੇ, ਤੇ ਉਹਨਾਂ ਤੇ ਆਧਾਰਿਤ ਜਿਹੜਾ ਹੈ ਉਹ ਤਿਆਰ ਕਰਦੇ ਨੇ। WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹ ਇਹਨੂੰ ਜਾਰੀ ਕਰਦੀ ਹੈ। ਸੋ ਇਹ ਤਾਂ ਉਹਦੀ ਬੈਕਗ੍ਰਾਉਂਡ ਹੈ। ਸੈਕੰਡ ਇਹ ਹੈ ਕਿ ਡਿਨਾਇਲ ਮੋਡ ਇੰਡੀਆ 'ਚ ਡਾਕਟਰ ਸਾਹਿਬ ਨੇ ਕੁਝ ਅੰਕੜੇ ਦੱਸੇ ਨੇ ਕਿ ਇਹਨਾਂ ਦੇ ਆਪਣੇ ਨੇ। ਮੈਂ ਦੋਸਤਾਂ ਨਾਲ ਇਹ ਵੀ ਸ਼ੇਅਰ ਕਰਨਾ ਚਾਹਾਂਗਾ ਕਿ ਅਸੀਂ ਅੰਕੜੇ ਇਕੱਠੇ ਕਰਨ ਦਾ ਤਰੀਕਾ ਹੀ ਬਦਲ ਦਿੱਤਾ ਹੈ ਬਹੁਤ ਸਾਰੇ ਥਾਵਾਂ ਤੇ। ਜਿਹੜੇ 2017 ਦੇ ਵਿੱਚ ਜਦੋਂ ਬੇਰੁਜ਼ਗਾਰੀ ਦੇ ਅੰਕੜੇ ਆਏ ਤਾਂ ਇਹਨਾਂ ਨੇ ਬੜਾ ਦਬਾਉਣ ਦੀ ਕੋਸ਼ਿਸ਼ ਕੀਤੀ। 45 ਸਾਲਾਂ 'ਚ ਵੱਧ ਤੋਂ ਵੱਧ ਬੇਰੁਜ਼ਗਾਰੀ ਹੋਈ, ਉਸ ਤੋਂ ਬਾਅਦ ਵਧੀ ਵੀ ਹੈ। ਫਿਰ ਜਦੋਂ ਇਹ ਕੰਜ਼ੰਪਸ਼ਨ ਦਾ ਡੇਟਾ ਆਇਆ, ਇਹਨਾਂ ਨੇ ਅਜੇ ਤੱਕ ਪ੍ਰੋਪਰ ਜਾਰੀ ਨਹੀਂ ਕੀਤਾ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਿਹੜਾ ਉਪਭੋਗ ਲੋਕ ਕਰਦੇ ਨੇ ਅਨਾਜ ਦਾ ਜਾਂ ਹੋਰ ਚੀਜ਼ਾਂ ਦਾ, ਉਹਦੇ ਬਾਰੇ ਕੀ ਹੈ। ਸੋ ਇਹ ਇੱਕ ਰੁਜ਼ਗਾਰ ਇਹ ਬਣ ਗਿਆ ਕਿ ਜਿਹੜਾ ਵੀ ਸਰਕਾਰਾਂ ਨੂੰ ਨਹੀਂ ਸੂਟ ਕਰਦਾ ਉਹਨੂੰ ਕੋਈ ਨਾ ਕੋਈ ਬਿੱਲਾ ਲਾ ਦਿੰਦੇ ਨੇ। ਤੇ ਇੱਥੇ ਹਿੰਦੁਸਤਾਨ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਜਿਹੜਾ ਹਿੰਦੁਸਤਾਨ ਦੀ ਪਾਪੂਲੇਸ਼ਨ ਜਿਹੜੀ 130 ਕਰੋੜ ਦੇ ਲਗਭਗ ਹੈ, ਤਾਂ ਇਹ ਅੰਕੜੇ ਜਿਹੜਾ ਸੈਂਪਲ ਹੈ ਉਹ 3000 ਦਾ ਹੀ ਲਿਆ ਹੈਗਾ, ਇਸ ਕਰਕੇ ਇਹ ਵਾਜਬ ਨਹੀਂ। ਪਰ ਦੂਸਰੇ ਮੰਨ ਲਓ ਇੱਕ ਮਿੰਟ ਲਈ ਕਿ ਇਹ ਵਾਜਬ ਨਹੀਂ, ਪਰ ਦੂਸਰੇ ਅੰਕੜੇ ਦਾ ਤੁਹਾਡਾ ਬੇਰੁਜ਼ਗਾਰੀ ਹੈ, ਭੁੱਖਮਰੀ ਹੈ। ਇਸ ਤੋਂ ਇਲਾਵਾ ਜਿਹੜਾ 2008 ਦੀ ਅਰਜਨ ਸੇਨ ਗੁਪਤਾ ਰਿਪੋਰਟ ਹੈ, ਜਿਹਦੇ ਆਧਾਰ ਤੇ ਫੂਡ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਬਣਿਆ, ਉਹ 2008 ਚ ਉਹਨਾਂ ਨੇ ਰਿਪੋਰਟ ਦਿੱਤੀ।
ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦੀ 77% ਜਿਹੜੀ ਵਸੋਂ ਹੈ ਉਹ ਵਨਲੇਬਲ ਹੈ। ਵਨਲੇਬਲ ਭੁੱਖਮਰੀ ਨੂੰ ਵੀ ਹੈ, ਵਨਲੇਬਲ ਗਰੀਬੀ ਨੂੰ ਵੀ ਹੈ, ਵਨਲੇਬਲ ਬੇਰੁਜ਼ਗਾਰੀ ਨੂੰ ਵੀ ਹੈ। ਔਰ ਬੇਰੁਜ਼ਗਾਰੀ ਜਿਹੜੀ ਹੈ ਨਾ, ਇਹਦੇ ਨਾਲ ਇੱਕ ਹੋਰ ਗੱਲ ਬੜੀ ਜ਼ਰੂਰੀ ਹੈ ਦੇਖਣ ਦੀ ਕਿ ਕਾਗਜ਼ਾਂ 'ਚ ਅੰਕੜਿਆਂ 'ਚ ਲੋਕ ਰੁਜ਼ਗਾਰ ਨੇ ਪਰ ਉਹ ਗਰੀਬ ਨੇ। ਸੋ ਉਹ ਜਿਹੜੇ ਵਰਕਿੰਗ ਪੂਅਰਸ ਨੇ ਉਹ ਵੀ ਭੁੱਖਮਰੀ, ਜਿਵੇਂ ਕੋਵਿਡ ਦੇ ਵਿੱਚ ਮਾੜਾ ਜਿਹਾ ਧੱਕਾ ਲਾਉਣ ਨਾਲ ਕਿੰਨੀ ਜਨਤਾ ਜਿਹੜੀ ਹੈ ਉਹ ਤੁਹਾਡਾ ਇਹੋ ਜਿਹੀਆਂ ਪ੍ਰੋਬਲਮ ਦਾ। ਸੋ ਡਾਕਟਰ ਸਾਹਿਬ ਦੱਸਣਗੇ ਕਿ ਕੁਪੋਸ਼ ਜਿਹੜਾ ਇੱਕ ਤਾਂ ਹੈ ਕਿ ਭੋਜਨ ਦੀ ਮਾਤਰਾ, ਇੱਕ ਭੋਜਨ ਦੀ ਜਿਹੜੀ ਹੈ ਟਾਈਪ ਕੀ ਹੈ, ਉਹ ਨਿਊਟ੍ਰੀਸ਼ਨ ਨਾਲ ਜੁੜਦੀ ਹੈ। ਇਹ ਦੋਨੋਂ ਗੱਲਾਂ ਜੋੜ ਕੇ ਤੁਹਾਡਾ ਜਿਹੜਾ ਉਹ ਇੰਡੈਕਸ ਤਿਆਰ ਹੁੰਦਾ ਹੈ। ਤੇ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਦੀ ਪ੍ਰੋਬਲਮ ਹੈਗੀ ਹੈ। ਜੇ ਅਸੀਂ ਕਹਿੰਦੇ ਆ ਕਿ ਸਾਡੀ 30% ਪਾਪੂਲੇਸ਼ਨ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਿਹੜੀ ਹੈ, ਅਸੀਂ ਪਿੱਛੇ ਪਾਵਰਟੀ ਰਿਪੋਰਟ ਆਈ ਹੈ, ਅਸੀਂ ਕਿਹਾ ਸਾਡੀ ਪਾਵਰਟੀ ਘਟੀ ਹੈ, ਸਾਡਾ ਜਿਹੜਾ ਪਰ ਜਿਹੜਾ ਪਾਵਰਟੀ ਦਾ ਬਿਲੋ ਪਾਵਰਟੀ ਲਾਈਨ ਦਾ ਮੇਜਰ ਹੈ ਉਹ ਵੀ ਅੰਡਰ ਕੁਐਸਚਨੇਬਲ ਹੈ ਕਿ ਉਹ ਕੀ ਹੈ। ਸੋ ਮੈਨੂੰ ਲੱਗਦਾ ਕਿ ਸਾਰੇ ਅੰਕੜੇ ਜੋੜ ਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਅਜੇ ਵੀ ਬਹੁਤ ਵੱਡੀ ਮਾਤਰਾ, ਭਾਵੇਂ ਮਨਰੇਗਾ ਵਰਗੀਆਂ ਸਕੀਮਾਂ ਸ਼ੁਰੂ ਕਰ ਲਈਆਂ, ਭਾਵੇਂ ਫੂਡ ਸਿਕਿਉਰਿਟੀ ਐਕਟ ਸ਼ੁਰੂ ਕਰ ਲਿਆ, ਉਹਦੇ ਮੁਤਾਬਕ ਜਿਹੜਾ ਤੁਹਾਡਾ 75% ਜਿਹੜਾ ਰੂਰਲ ਤੇ 67% ਅਰਬਨ, ਉਹ 66% ਟੋਟਲ ਪਾਪੂਲੇਸ਼ਨ ਬਣਦੀ ਹੈ ਜਿਹਨੂੰ ਫੂਡ ਇਨਸਿਕਿਉਰਿਟੀ ਫੇਸ ਕਰ ਰਿਹਾ ਔਰ ਫੂਡ ਸਿਕਿਉਰਿਟੀ ਦੇਣ ਦੀ। ਔਰ ਮੈਨੂੰ ਕਈ ਵਾਰ ਲੱਗਦਾ ਕਿ ਇਹ ਸਰਕਾਰ ਕਿਤੇ ਹੌਲੀ ਹੌਲੀ ਇਹ ਜਿਹੜਾ ਇਹਨੂੰ ਵੀ ਡਿਲੂਟ ਨਾ ਕਰ ਦੇਣ ਫੂਡ ਸਿਕਿਉਰਿਟੀ ਐਕਟ ਨੂੰ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਦੇ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ ਕਿ ਕਾਰਨ ਕਿਉਂ ਨੇ। ਜੀ ਜੀ, ਮੈਂ ਉਸ ਤੇ ਜ਼ਰੂਰ ਆਉਂਗਾ। ਮੈਨੂੰ ਯਾਦ ਹੈ ਕਿ 2012 ਦੇ ਵਿੱਚ ਜਦੋਂ ਰਿਪੋਰਟ ਆਈ ਸੀ ਤਾਂ ਪ੍ਰਧਾਨ ਮੰਤਰੀ ਉਸ ਵੇਲੇ ਮਨਮੋਹਨ ਸਿੰਘ ਹੁੰਦੇ ਸੀ ਔਰ ਉਹਨਾਂ ਨੇ ਬਕਾਇਦਾ ਤੌਰ 'ਤੇ ਕਬੂਲ ਕੀਤਾ ਸੀ ਕਿ ਅਫਰੀਕਾ, ਸਾਰਨ ਅਫਰੀਕਾ ਦੇ ਨਾਲੋਂ ਵੀ ਸਾਡੇ ਹਾਲਾਤ ਨੇ ਜਿਹੜੇ ਉਹ ਮਾੜੇ ਹੈਗੇ ਨੇ। ਉਸ ਵੇਲੇ ਦੀ ਜਿਹੜੀ ਇਹ ਰਿਪੋਰਟ ਨੂੰ ਦੇਖ ਕੇ ਉਹਨਾਂ ਨੇ ਬਕਾਇਦਾ ਤੌਰ 'ਤੇ ਕਬੂਲ ਕੀਤਾ ਸੀ। ਖੈਰ ਸਰਕਾਰਾਂ ਬਦਲ ਗਈਆਂ ਪਰ ਹਾਲਾਤ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਜਾਰੀ ਨੇ। ਡਾਕਟਰ ਪਿਆਰੇ ਲਾਲ ਜੀ, ਮੈਂ ਹੁਣ ਉਸ ਤੇ ਆਉਂਗਾ ਕਿਉਂਕਿ 3-4 ਪੈਰਾਮੀਟਰਸ ਇਹਨਾਂ ਵੱਲੋਂ ਬਣਾਏ ਜਾਂਦੇ ਨੇ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਖਾਸ ਤੌਰ ਤੇ, ਔਰ ਅੰਡਰ ਨਰਿਸ਼ਮੈਂਟ ਹੋ ਗਿਆ, ਚਾਈਲਡ ਸਟੰਟਿੰਗ ਹੋ ਗਿਆ, ਚਾਈਲਡ ਵੇਸਟਿੰਗ ਹੋ ਗਿਆ ਤੇ ਚਾਈਲਡ ਮੋਰਟੈਲਿਟੀ ਹੋ ਗਿਆ। ਇਹਨਾਂ ਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਨਣਾ ਜ਼ਰੂਰ ਪਾਓ। ਦੇਖੋ, ਜਿਸ ਤੱਕ ਸਵਾਲ ਹੈ, ਅਸੀਂ ਜਿਹੜੇ ਲੈਂਦੇ ਆ ਜਾਂ ਅਸੀਂ ਸਟੰਟਿੰਗ ਕਹਿੰਦੇ ਆ, ਆਮ ਤੌਰ ਤੇ ਅੰਗਰੇਜ਼ੀ ਚ ਲੋਕਾਂ ਨੇ ਇਹਨੂੰ ਕਹਿੰਦੇ ਆ ਵੀ ਕੱਦ ਦੇ ਮਾਦਰੇ ਨੇ, ਉਹ ਜਿੱਦਾਂ ਕੱਦ ਚਾਹੀਦਾ ਬੱਚੇ ਦਾ ਓਡਾ ਨਹੀਂ ਹੈ। ਜਿਹੜਾ ਅਸੀਂ ਅੰਡਰਵੇਟ ਕਹਿੰਦੇ ਆ ਉਹ ਅਸੀਂ ਕਹਿੰਦੇ ਆ ਬੱਚਾ ਵੱਧ ਫੁੱਲ ਨਹੀਂ ਰਿਹਾ। ਅੱਗੇ ਤਰਾਗੀ ਪਾਉਂਦੇ ਸੀ, ਇਸੇ ਵਾਸਤੇ ਪਾਉਂਦੇ ਸੀ ਵੀ ਪਤਾ ਲੱਗ ਜੂ, ਜਾਂ ਜੇ ਤਰਾਗੀ ਟਾਈਟ ਹੋ ਗਈ ਤਾਂ ਇਹਦਾ ਮਤਲਬ ਕੁਛ ਨਾ ਕੁਛ ਉਹ ਖਾ ਰਿਹਾ, ਨਹੀਂ ਤਾਂ ਸੋਕੜੇ ਦਾ ਸ਼ਿਕਾਰ ਹੈ, ਜਿਹਨੂੰ ਸੋਕੜੇ ਦਾ ਸ਼ਿਕਾਰ ਕਹਿੰਦੇ ਆ। ਤੇ ਉਹਨੂੰ ਅਸੀਂ ਕਹਿੰਦੇ ਆ ਅੰਡਰਵੇਟ ਨੇ ਚਿਲਡਰਨ, ਮਾਲ ਨਰਿਸ਼ ਨੇ। ਮਾਲ ਨਰਿਸ਼ਮੈਂਟ ਵੀ ਘੁੰਮਣ ਸਾਹਿਬ ਨੇ ਜਿਵੇਂ ਦੱਸਿਆ ਵੀ ਕੱਲਾ ਇਹ ਨਹੀਂ ਵੀ ਕਲੋਰੀ ਕਿੰਨੀ ਮਿਲੀ, ਪ੍ਰੋਟੀਨ, ਕਲੋਰੀ, ਮਾਲ ਨਿਊਟ੍ਰੀਸ਼ਨ ਅਸੀਂ ਕਹਿੰਦੇ ਆ, ਯਾਨੀ ਕਿ ਇੱਕ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ। ਉਹ ਸੰਤੁਲਿਤ ਭੋਜਨ ਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਜਾਂ ਬਜ਼ੁਰਗ ਜਾਂ ਅਡਲਟ ਜਿਹੜੇ ਨੇ, ਬਾਲਗ ਔਰਤਾਂ ਨੇ ਚਾਹੇ ਮਰਦ ਨੇ, ਉਹਨਾਂ ਨੂੰ ਕਈ ਵਾਰ ਕਲੋਰੀਆਂ ਪੂਰੀਆਂ ਜਿਨ੍ਹਾਂ ਨੂੰ ਮਿਲਦੀਆਂ ਵੀ ਨੇ, ਭੋਜਨ ਉਹਨਾਂ ਨੂੰ ਵੀ ਸੰਤੁਲਿਤ ਨਹੀਂ ਮਿਲਦਾ। ਮੈਂ ਥੋੜੀ ਜਿਹੀ ਗੱਲ ਤਾਂ ਕਹਿਣਾ, ਇਹ ਜਿਹੜੀ ਸਟੰਟਿੰਗ ਹੈ ਇਹ ਵੀ ਪਿਛਲੇ ਜਿਹੜਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਰਾਊਂਡ 4 ਔਰ ਰਾਊਂਡ 5 ਦੇ ਵਿੱਚ ਸਟੰਟਿੰਗ ਵੀ ਵਧੀ ਹੈ, ਯਾਨੀ ਕਿ ਕੱਦ ਦਾ ਮਾਤਰਾ ਹੋਣਾ। ਇਹਨਾਂ ਦਾ ਜਿਹੜੇ ਵਜਨ ਵਾਲੇ ਬੱਚੇ ਨੇ, ਘੱਟ ਵਜਨ ਵਾਲੇ, ਉਹਨਾਂ ਦੀ ਵੀ ਗਿਣਤੀ ਵਧੀ ਹੈ। ਅੰਡਰ 5 ਮੋਰਟੈਲਿਟੀ, ਅਸੀਂ 2-3 ਤਰ੍ਹਾਂ ਦੀ ਮੋਰਟੈਲਿਟੀ ਲੈਂਦੇ ਹਾਂ ਵੀ ਜਿਹੜੇ ਬੱਚੇ ਮਰਦੇ ਨੇ ਉਹਦੇ ਚ ਕੱਲਾ ਨਿਊਟ੍ਰੀਸ਼ਨ ਨਹੀਂ ਹੁੰਦਾ, ਹਾਲਾਂਕਿ ਉਹਦੇ ਚ ਹੋਰ ਕਈ ਗੱਲਾਂ ਹੁੰਦੀਆਂ ਨੇ, ਬਿਮਾਰੀਆਂ ਕੀ ਨੇ, ਉਹਦਾ ਗਰਭ ਦੇ ਦੌਰਾਨ ਇਸਤਰੀ ਦੀ ਕੀ ਪੋਜੀਸ਼ਨ ਰਹੀ, ਜਣੇਪੇ ਵੇਲੇ ਕਿਹੋ ਜਿਹੀ ਹਾਲਤ ਰਹੀ। ਉਹਦੇ ਵਿੱਚ ਅਸੀਂ ਲੈਂਦੇ ਹਾਂ ਇੱਕ ਤਾਂ ਅਸੀਂ ਕਹਿੰਦੇ ਹਾਂ ਨੀਓਨੇਟਲ ਡੈਥ, ਯਾਨੀ ਕਿ ਜਨਮ ਦੇ 1 ਮਹੀਨੇ ਦੇ ਵਿੱਚ ਮੌਤ। ਇੱਕ ਅਸੀਂ ਕਹਿੰਦੇ ਹਾਂ ਇਨਫੈਂਟ ਮੋਰਟੈਲਿਟੀ ਰੇਟ, ਉਹ ਕਹਿੰਦੇ ਅਸੀਂ ਜਨਮ ਦਾ ਪਹਿਲਾ ਜਨਮ ਦਿਨ ਮਨਾਉਣ ਤੋਂ ਪਹਿਲਾਂ ਮੌਤ, 1 ਸਾਲ ਦੇ ਤੋਂ ਘੱਟ ਬੱਚਿਆਂ ਦੀ ਮੌਤ। ਫਿਰ ਅਸੀਂ ਕਹਿੰਦੇ ਅੰਡਰ 5 ਮੋਰਟੈਲਿਟੀ, 5 ਸਾਲ ਤੋਂ ਘੱਟ ਦੇ ਬੱਚਿਆਂ ਦੀ ਉਮਰ ਤੋਂ ਘੱਟ ਦੇ ਬੱਚਿਆਂ ਦੀ ਮੌਤ ਦਰ। ਇਹ ਮੌਤ ਦਰ ਸਾਡੀ ਹੈ ਜਿਹੜੀ, ਇਹਦੇ ਚ ਥੋੜੀ ਕਨੀ ਇੰਪਰੂਵਮੈਂਟ ਹੋਈ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਸਾਡੀ ਮੋਰਟੈਲਿਟੀ ਜਿਹੜੀ ਇਨਫੈਂਟ ਮੋਰਟੈਲਿਟੀ ਸੀ, ਇਹ
1947 ਜਦ ਅਸੀਂ ਆਜ਼ਾਦ ਹੋਇਆ ਉਦੋਂ 100 ਤੇ 44 ਸੀ, 1000 ਬੱਚਾ ਜਿਹੜਾ ਜਨਮਦਾ ਸੀ ਉਹਦੇ ਚੋਂ 144 ਬੱਚੇ ਮਰ ਜਾਂਦੇ ਸੀ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ। 1991 ਤੱਕ ਇਹ 98 ਰਹਿ ਗਈ ਸੀ, ਇੱਕ ਘਟੀ ਹਰ ਸਾਲ। ਤੇ 1993 ਚ ਅਸੀਂ ਇੱਕ ਐਸਟੀਮੇਟ ਕੱਢੇ ਸਾਰੇ, ਉਹਦੇ ਚ 78 ਰਹਿ ਗਈ। ਹੁਣ ਮੈਂ ਇਹਦਾ ਕਿਹਦੀ ਗੱਲ ਨਾਲ ਕਰਨਾ, ਨਿਊਟ੍ਰੀਸ਼ਨ ਦਾ ਜਿਹੜਾ ਮਾਮਲਾ ਹੈ ਉਹ ਮਾਂ ਦੀ ਸਿੱਖਿਆ ਨਾਲ ਵੀ ਜੁੜਿਆ ਹੋਇਆ। ਉਹ 1991 ਤੋਂ 93 ਚ ਨਾ ਤਾਂ ਅਸੀਂ ਕੋਈ ਹਸਪਤਾਲ ਵਧਾਏ ਸੀ, ਨਾ ਅਸੀਂ ਕੋਈ ਜਨੇਪਿਆਂ ਦੇ ਵਿੱਚ ਇੰਪਰੂਵਮੈਂਟ ਕਰੀ ਸੀ, ਨਾ ਅਸੀਂ ਕੋਈ ਬੱਚਿਆਂ ਦੇ ਰੋਗਾਂ ਦੇ ਇਲਾਜ ਦੀ ਕੋਈ ਇੰਪਰੂਵਮੈਂਟ ਕਰੀ ਸੀ, ਨਾ ਅਸੀਂ ਕੋਈ ਅਨਾਜ ਵੱਧ ਦਿੱਤਾ ਸੀ, ਨਾ ਅਸੀਂ ਕੋਈ ਪੋਸ਼ਣ ਦੀਆਂ ਮੁਹਿੰਮਾਂ ਚਲਾਈਆਂ ਸੀ। ਉਹਦੇ ਵਿੱਚ ਇੱਕ ਸਾਖਰਤਾ ਮੁਹਿੰਮ ਚੱਲੀ ਸੀ ਦੇਸ਼ ਦੇ ਵਿੱਚ, ਜਿਹਦੇ ਵਿੱਚ ਮੈਂ ਇੰਟਰਨੈਸ਼ਨਲ ਕਾਨਫਰੰਸ 'ਚ ਪੇਪਰ ਪੜ੍ਹਿਆ ਸੀ। ਅਸੀਂ ਸਟੱਡੀ ਕਰੀ, ਬਿਹਾਰ 'ਚ ਸਟੱਡੀ ਹੋਈ, ਰਾਜਸਥਾਨ 'ਚ ਹੋਈ, ਪੰਜਾਬ 'ਚ ਅਸੀਂ ਕਰੀ। ਉਹਦੇ ਵਿੱਚ ਇਹ ਹੈ ਕਿ ਜਿਹੜੀ ਮਾਂ ਚੌਥੀ ਤੱਕ ਦਾ ਜਿਹਦਾ ਗਿਆਨ ਹੋਵੇ ਉਹਦੇ ਬੱਚਿਆਂ ਦੀ ਮੌਤ ਦਰ, ਇਨਫੈਂਟ ਮੋਰਟੈਲਿਟੀ ਰੇਟ ਅੱਧਾ ਰਹਿ ਜਾਂਦਾ। ਇਸੇ ਕਰਕੇ ਪੰਜਾਬ ਦਾ 98 ਤੋਂ 78 ਆ ਗਿਆ, ਕਿਉਂਕਿ ਉਹ ਪੀਰੀਅਡ 'ਚ ਔਰਤਾਂ ਨੇ, ਦਲਿਤਾਂ ਨੇ, ਪੇਂਡੂ ਲੋਕਾਂ ਨੇ ਬਹੁਤ ਜ਼ਿਆਦਾ ਪਾਰਟਿਸਿਪੇਟ ਕਰਿਆ। ਉਹਨਾਂ ਦਾ ਉਸ ਵਾਰੀ ਗਿਆਨ ਵਧਿਆ। ਕਈ ਗੱਲਾਂ ਨੇ ਜਿਹੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਨੇ, ਛੋਟੀ ਜਿਹੀ ਉਦਾਹਰਨ ਮੈਂ ਇਹਦੇ 'ਚ ਦਿੰਦਾ। ਕੋਈ ਬੰਦੇ ਦਾ ਐਕਸੀਡੈਂਟ ਹੋ ਗਿਆ, ਉਹ ਪੁਲਿਸ ਵਾਲੇ ਉਹਨੂੰ ਚੁੱਕ ਲਿਆਏ ਤੇ ਉਹ ਮਰ ਗਿਆ, ਤੇ ਉਹਨੂੰ ਡਾਕਟਰ ਨੇ ਕਿਹਾ ਵੀ ਇਹਨੂੰ ਟੇਢਾ ਕਰਕੇ ਚੁੱਕ ਕੇ ਲੈ ਆਉਂਦਾ, ਇਹਨੇ ਬਚ ਜਾਣਾ ਸੀ, ਇਹਦੇ ਅੰਦਰ ਖੂਨ ਵੜ ਕੇ ਸਿੱਧਾ ਪਾ ਲੈਂਦਾ ਤੁਸੀਂ, ਉਹ ਅੰਦਰ ਚਲਾ ਗਿਆ। ਉਹ ਪੁਲਿਸ ਵਾਲੇ ਨੇ ਕੰਧ 'ਚ ਸਿਰ ਮਾਰਿਆ, ਸਾਡੇ ਵਾਲਾ ਨਹੀਂ ਕੋਈ ਮਾਰਦਾ, ਇਹ ਬਾਹਰਲੇ ਮੁਲਕ ਕੰਧ ਸਿਰ ਮਾਰਿਆ ਵੀ ਇੰਨੀ ਗੱਲ ਦੇ ਉੱਤੇ ਅਸੀਂ ਮਾਰਤਾ। ਸੋ ਕੁਝ ਗਿਆਨ ਦੀ ਵੀ ਇਹਦੇ 'ਚ ਲੋੜ ਹੁੰਦੀ ਹੈ। ਮੈਂ ਤੁਹਾਡੀ ਗੱਲ ਨੂੰ ਜੇ ਸੌਖਾ ਕਰਾਂ ਤਾਂ ਮਤਲਬ ਇਹ ਕਹਿ ਲਈਏ ਵੀ ਖਾਣ ਵਾਲੀ ਪਦਾਰਥ ਬੇਸ਼ੱਕ ਚਾਹੇ ਅਵੇਲੇਬਲ ਵੀ ਹੋਵੇ, ਉਹ ਕਿਹੜਾ ਖਾਣਾ, ਕਿਵੇਂ ਖਾਣਾ, ਇਹਦਾ ਗਿਆਨ ਵੀ ਹੋਣਾ ਜ਼ਰੂਰੀ ਹੈ। ਇਹ ਜ਼ਰੂਰੀ ਹੈ। ਛੋਟੀ ਜਿਹੀ ਗੱਲ ਮੈਂ ਕਹਿਣਾ ਵੀ ਸਾਡੇ ਹੁਣ ਕੀ ਹੈ, ਸਾਡੇ ਜੋਰ ਤਾਂ ਮਿਡਲ ਕਲਾਸ ਚਲਾਇਆ ਜੀ, ਪੀਜ਼ਾ ਖਾਂਦੇ ਨੇ, ਫਲਾਣਾ ਰੈਡੀਮੇਡ ਫੂਡ ਖਾਂਦੇ। ਹੁਣੀ ਫੂਡ ਸਿਕਿਉਰਿਟੀ ਐਕਟ ਲਿਆ ਰਹੀ ਹੈ ਭਾਰਤ ਸਰਕਾਰ, ਉਹ 'ਚ ਅਮੈਂਡਮੈਂਟ ਕਰ ਰਹੀ ਹੈ। ਤੁਸੀਂ ਮੰਨੋਗੇ ਵੀ ਉਹਦੇ ਲੇਬਲ ਦੇ ਵਾਸਤੇ ਕਹਿੰਦੇ 3 ਸਾਲ ਤੁਸੀਂ ਭਾਵੇਂ ਲੇਬਲ ਨਾ ਬਦਲੋ, ਲੇਬਲ ਦੇ ਉੱਤੇ ਲਿਖਣਾ ਹੈ। ਜਿਹੜਾ ਕਾਨੂੰਨ ਅੱਜ ਬਣਾ ਰਹੇ ਨੇ, ਆਹ ਡਰਾਫਟ ਪਿਆ ਮੇਰੇ ਕੋਲੇ, ਮੈਂ ਸਭ ਨੂੰ ਭੇਜਿਆ ਵੀ ਯਾਰ ਇਹ ਤੇ ਕਮੈਂਟ ਭੇਜੋ ਵੀ 3 ਸਾਲ ਦੱਸੋ ਲੇਬਲ ਬਦਲਣ ਤੇ ਸਰਕਾਰ ਕਹਿੰਦੀ ਹੈ 3 ਸਾਲ ਤੁਸੀਂ ਭਾਵੇਂ ਉਹੀ ਪੁਰਾਣਾ ਠੱਗੀ ਠੋਰੀ ਮਾਰੀ ਜਾਓ। ਜੇ ਤੁਸੀਂ ਫੂਡ ਸਿਕਿਉਰਿਟੀ ਐਂਡ ਸਟੈਂਡਰਡ ਐਕਟ ਦੇ ਉੱਤੇ ਤੁਹਾਡਾ ਇਹ ਹਾਲ ਹੈ, ਤਾਜ਼ਾ ਡਰਾਫਟ ਪਾਇਆ ਹੋਇਆ ਭਾਰਤ ਸਰਕਾਰ ਨੇ ਬਦਲਣ ਦਾ, ਉਹ 'ਚ ਕਹਿੰਦੇ 3 ਸਾਲ ਲੇਬਲ ਬਦਲਣ ਦੀ ਲੋੜ ਨਹੀਂ ਹੈ, ਜਦਕਿ ਲੇਬਲ ਬਦਲਣ ਵਾਸਤੇ ਉਹ ਕਾਨੂੰਨ ਹੈ। ਅੱਧੇ ਇਹ ਹੈ। ਸੋ ਜਦ ਤੁਸੀਂ ਇਸ ਪਾਸੇ ਨੂੰ ਜਾਓਗੇ, ਤੁਸੀਂ ਸਰਕਾਰ ਚੋਰ ਤੇ ਚੌਕੀਦਾਰ ਜਦ ਰਲੇ ਹੁੰਦੇ ਨੇ, ਰਲੇ। FAO ਦੀ ਗੱਲ ਕਰੀਏ, ਘੁੰਮਣ ਸਾਹਿਬ ਨੇ FAO ਬਿਲਕੁਲ ਠੀਕ ਕਿਹਾ ਇਹਨਾਂ ਨੇ। FAO ਦੀ ਇੱਕ ਅਧਿਕਾਰੀ ਨੇ ਇੱਕ ਕਿਤਾਬ ਲਿਖੀ, ਉਹਦਾ ਨਾਂ ਸੀ ਹਾਊ ਦੀ ਅਦਰ ਹਾਫ ਡਾਈਜ਼, ਦੂਜਾ ਹਿੱਸਾ, ਅੱਧਾ ਹਿੱਸਾ ਦੁਨੀਆ ਦਾ ਮਰਦਾ ਕਿਉਂ ਹੈ। ਉਹਦੇ ਵਿੱਚ ਇਹ ਹੈ ਕਿ ਸਾਡੇ ਕੋਲ ਭੋਜਨ ਪਿਆ ਹੈ, ਸਾਡੀਆਂ ਕਲੋਰੀਫਿਕ ਮਾਲ ਨਿਊਟ੍ਰੀਸ਼ਨ ਵੀ ਬਹੁਤ ਜ਼ਿਆਦਾ, ਪਹਿਲਾਂ ਤਾਂ ਭੋਜਨ ਪਿਆ ਹੈ, ਲੋਕਾਂ ਨੂੰ ਮਿਲਦਾ ਨਹੀਂ। ਪਰ ਇਹ ਕੋਈ ਆਏ ਨਹੀਂ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸੁਪਰੀਮ ਕੋਰਟ ਨੇ ਕਿਹਾ ਸੀ ਇਹ ਵੰਡ ਦੋ, ਕਹਿੰਦੇ ਨਹੀਂ ਇਹ ਵੰਡਿਆ ਨਹੀਂ ਜਾ ਸਕਦਾ। ਦੂਜੀ ਗੱਲ, ਸਾਨੂੰ ਹੰਕਾਰ ਬੜਾ ਹੋ ਜਾਂਦਾ ਹੈ ਵੀ ਸਾਡੇ ਤਾਂ ਭੜੋਲੇ ਭਰੇ ਪਏ ਨੇ, ਸਾਡੀ ਭੋਜਨ ਦੀ ਸਥਿਤੀ ਬੜੀ ਨਾਜ਼ੁਕ ਹੈ। ਐਤਕੀ ਗਰਮੀ ਪਈ ਸੀ ਥੋੜੀ ਜੀ, 20-22% ਦਾਣਾ ਭਾਰ ਘਟਿਆ ਸੀ, ਮਾਜੂ ਪੈ ਗਿਆ ਸੀ ਦਾਣਾ। ਬਹੁਤੀ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ 'ਚ ਹੀ ਪਈ ਸੀ ਕਿ ਦੇਸ਼ ਦੇ ਅਨਾਜ ਦੇ ਭੜੋਲੇ ਅੱਧੇ ਰਹਿ ਗਏ। ਬਿਲਕੁਲ ਗੋਦਾਮ ਖਾਲੀ ਹੋ ਚੁੱਕੇ ਨੇ, ਗੋਦਾਮ FCI ਦੇ ਪੰਜਾਬ ਦੇ ਵਿੱਚ ਖਾਲੀ ਹੋ ਚੁੱਕੇ ਨੇ। ਇਸ ਵਾਰ ਜਿਹੜਾ ਤੁਹਾਡਾ ਸਵਾਲ ਹੈ ਵੀ ਫਿਰ ਇਹਦਾ ਮਾਲ ਨਿਊਟ੍ਰੀਸ਼ਨ, ਘੁੰਮਣ ਸਾਹਿਬ ਨੇ ਇਹ ਕਿਹਾ ਹੈ ਵੀ ਡਾਕਟਰ ਪਿਆਰ ਨਾਲ ਗੱਲ ਦੱਸਣਗੇ, ਰਾਈਟਲੀ ਇਹਨਾਂ ਨੂੰ ਵੀ ਵੈਸੇ ਪਤਾ ਹੈ, ਪਰ ਫਿਰ ਵੀ ਮੈਂ, ਕਿਉਂਕਿ ਇਹਨਾਂ ਨੇ ਮੇਰੀ ਡਿਊਟੀ ਲਾਤੀ ਤਾਂ ਮੈਂ ਉਹ ਡਿਊਟੀ ਨਿਭਾਵਾਂਗਾ। ਜੀ ਜ਼ਰੂਰ, ਛੋਟੇ ਭਰਾ ਦੀ ਗੱਲ ਮੰਨ ਜ਼ਰੂਰ। ਤੇ ਉਹ ਇਹ ਹੈ ਕਿ ਅਸੀਂ ਹਰਾ ਇਨਕਲਾਬ ਜਦ ਲਿਆਂਦਾ ਤਾਂ ਅਸੀਂ ਬੈਲੈਂਸ ਨਿਊਟ੍ਰੀਸ਼ਨ ਵਿੱਚੋਂ ਕੱਢਤਾ ਆਪਦੇ ਵੱਲੋਂ। ਕਿਵੇਂ? ਛੋਲੇ ਪੈਦਾ ਹੁੰਦੇ ਸੀ, ਛੋਲੇ ਪੈਦਾ ਨਹੀਂ ਹੋ ਰਹੇ। ਮੂੰਗੀ, ਮਸਰੀ, ਮੋਠ, ਮਾਂ, ਇਹ ਅਸੀਂ ਸਾਰੇ ਬੰਦ ਕਰਤੇ। ਇਹਨਾਂ ਦੇ ਵਿੱਚ ਸਾਨੂੰ ਪ੍ਰੋਟੀਨ ਮਿਲਦੀ ਹੈ। ਇਹ ਜਦ ਕਣਕ ਦੇ ਨਾਲ, ਚੌਲਾਂ ਦੇ ਨਾਲ ਰਲ ਜਾਂਦੀ ਹੈ ਤਾਂ ਇਹ ਇੱਕ ਕਲਾਸ ਪ੍ਰੋਟੀਨ ਬਣ ਜਾਂਦੀ ਹੈ। ਫਿਰ ਮੱਛੀ ਖਾਣ ਦੀ ਲੋੜ ਨਹੀਂ, ਮੀਟ ਖਾਣ ਦੀ ਲੋੜ ਨਹੀਂ, ਆਂਡੇ ਖਾਣ ਦੀ ਲੋੜ ਨਹੀਂ। ਇਹਨਾਂ 'ਚ ਇਹ ਸਾਰੇ ਬੰਦ ਹੋ ਗਏ। ਅਸੀਂ ਦਾਲਾਂ 'ਚ ਡਾਇਵਰਸੀਫਿਕੇਸ਼ਨ 'ਚ ਦਾਲਾਂ ਦੇ ਵਾਸਤੇ ਮੂੰਗੀ, ਮਸਰੀ, ਮੋਠ, ਮਾਂ ਬੀਜਣ ਵਾਸਤੇ ਕਿਸਾਨ ਨੂੰ ਉਤਸ਼ਾਹਿਤ ਕਰਕੇ ਕੇਂਦਰ ਵੱਲੋਂ ਪੈਸੇ ਦੇਣ ਦੀ ਬਜਾਏ ਦਾਲਾਂ ਬਾਹਰੋਂ ਇੰਪੋਰਟ ਕਰ ਰਹੇ ਹਾਂ। ਉਹਦੇ ਉੱਤੇ ਅਸੀਂ ਆਪਣੀ ਵਿਦੇਸ਼ੀ ਮੁਦਰਾ ਲਾ ਰਹੇ ਹਾਂ, ਔਰ ਸਾਡੇ ਵਿਦੇਸ਼ੀ ਮੁਦਰਾ ਦਾ ਭੰਡਾਰ ਘੁੰਮਣ ਸਾਹਿਬ ਜ਼ਿਆਦਾ ਦੱਸਣਗੇ, ਅਰਥ ਸ਼ਾਸਤਰੀ ਨੇ, ਕਿ ਉਹ ਘਟਦਾ ਜਾ ਰਿਹਾ ਹੈ। ਸਾਡਾ ਬੈਲੈਂਸ ਆਫ ਪੇਮੈਂਟ ਟੁੱਟਦਾ ਜਾ ਰਿਹਾ ਭੋਜਨ ਕਰਕੇ, ਭੋਜਨ ਦੀਆਂ ਵਸਤਾਂ ਕਰਕੇ। ਸੋ ਇਸ ਕਰਕੇ ਇਹਦੇ ਵਿੱਚ ਕੀ ਹੈ ਕਿ ਅਸੀਂ ਇਹ ਕਰਤਾ। ਇੱਕ ਮੈਂ ਛੋਟੀ ਜਿਹੀ ਉਦਾਹਰਨ ਦਿਆਂਗਾ
ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਅਨੀਮੀਆ ਦੀ, ਕਿਉਂਕਿ ਗੱਲ ਕਰੀ ਹੈ ਫਾਈਨਲ ਈਅਰ ਦੇ ਬੱਚੇ MBBS ਦੇ, ਕੋਈ ਬੱਚਾ ਸੀ ਜਿਹਦੇ ਪੇਟ 'ਚ ਕੀੜੇ ਸੀ ਤੇ ਖੂਨ ਦੀ ਕਮੀ ਸੀ। ਉਹਨੂੰ ਮੈਂ ਪੁੱਛਿਆ ਵੀ ਇਹਨੂੰ ਖੁਰਾਕ ਕੀ ਦੇਂਗਾ, ਭੋਜਨ ਦੀ ਗੱਲ ਦੇ ਉੱਤੇ ਤੁਸੀਂ ਜ਼ੋਰ ਲਾਉਣਾ ਵੀ ਭੋਜਨ ਕੀ ਦੇਣਾ। ਕਹਿੰਦਾ ਜੈਗਰੀ ਸਰ, ਬਟਰ ਮਿਲਕ ਸਰ। ਉਦੋਂ ਡਾਕਟਰੀ ਨੂੰ, ਸਾਡੇ ਵਾਲੀ ਡਾਕਟਰੀ ਨੂੰ ਨਵਾਂ ਪਤਾ ਲੱਗਿਆ ਸੀ ਵੀ ਗੁੜ ਤੇ ਲੱਸੀ ਚੰਗੇ ਹੁੰਦੇ ਨੇ। ਮੈਂ ਅੱਛਾ ਤੂੰ ਦੇਂਗਾ, ਇਹਨੂੰ ਕਿਵੇਂ ਦੇਂਗਾ? ਮੈਂ ਇਹਨੂੰ ਐਜੂਕੇਟ ਕਰਾਂਗਾ। ਅੱਛਾ ਕਿਉਂ ਕਰੇਗਾ ਜੀ? ਇਹਨੂੰ ਪਤਾ ਨਹੀਂ, ਗਿਆਨ ਨਹੀਂ, ਅਨਪੜ੍ਹ। ਅਸੀਂ ਪੜ੍ਹੇ ਲਿਖੇ ਸਾਰੇ ਇਹੀ ਕਹਿੰਦੇ ਆ ਲੋਕ ਅਨਪੜ੍ਹ ਨੇ, ਲੋਕ ਮੂਰਖ ਨੇ। ਮੈਂ ਤਾਂ ਕਹਿੰਦਾ ਵੀ ਇਹ ਸੋਚਣਾ ਭੁੰਗਰ ਵਾਸਤੇ। ਜੀ ਜੀ। ਤੇ ਮੈਂ ਕਿਹਾ ਅੱਛਾ ਕੀ ਕਰੇਗਾ? ਕਹਿੰਦਾ ਜੀ ਇਹਨੂੰ ਸਿਖਾਉਂਗਾ ਹੀ ਸਿੱਖ ਜੇਗਾ। ਮੈਂ ਅੱਛਾ ਤੇਰੇ ਕਹਿਣ ਨਾਲੇ ਮੰਨ ਲੇਗਾ। ਤੈਨੂੰ ਇਹ ਪਤਾ ਵੀ ਇੱਕ ਪੰਜਾਬੀ ਚ ਅਖਾਣ ਹੈ, ਲੱਸੀ ਮਿਲੇ ਪੀਣ ਨੂੰ ਤੇ ਗੁੜ ਮਿਲੇ ਖਾਣ ਨੂੰ, ਫੇਰ ਵੇਖ ਮਿੱਤਰਾ ਮੇਰੀ ਲੋਹੇ ਵਰਗੀ ਜਾਨ ਨੂੰ। ਭਾਈ ਅਖਾਣ ਤਾਂ ਬਹੁਤ ਔਖੇ ਹੋ ਕੇ ਬਣਦੇ ਨੇ। ਇਹਨਾਂ ਨੂੰ ਤਾਂ ਪਤਾ ਵੀ ਲੱਸੀ ਪੀਣੀ ਹੈ ਤੇ ਗੁੜ ਖਾਣਾ। ਤੂੰ ਕੀ ਨਵੀਂ ਗੱਲ ਦੱਸਦਾ? ਤੂੰ ਉਹੀ ਦੱਸਣਾ ਜਿਹੜੇ ਇਹਨਾਂ ਦੇ ਖਾਣਾ ਚਾਹੇ ਇਹਨਾਂ ਦੇ ਹੱਡ ਚ ਰਚੀ ਹੈ, ਪਰ ਫਿਰ ਵੀ ਨਹੀਂ ਖਾ ਰਹੇ। ਇਹਦਾ ਮਤਲਬ ਕਾਰਨ ਕਿਤੇ ਹੋਰ ਹੈ। ਉਹ ਕਾਰਨ ਜਿਹੜਾ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਭੁੱਖਮਰੀ ਦਾ, ਉਹ ਕਾਰਨ ਹੈ ਜੋ ਘੁੰਮਣ ਸਾਹਿਬ ਨੇ ਹਿੰਟ ਦਿੱਤਾ ਹੈ ਕਿ ਲੋਕ ਵਲਨਰੇਬਲ ਨੇ। ਅਰਜਨ ਸੇਨ ਗੁਪਤਾ ਦੀ ਰਿਪੋਰਟ ਦਾ ਕਿ ਲੋਕਾਂ ਕੋਲ ਪੈਸੇ ਹੀ ਨਹੀਂ ਅਨਾਜ ਖਰੀਦਣ ਵਾਸਤੇ। ਉਹ ਗੁੜ ਲੱਸੀ ਕਿੱਥੋਂ ਖਰੀਦਣਗੇ? ਉਹ ਤਾਂ ਅਮੀਰਾਂ ਦਾ ਖਾਧਾ ਬਣ ਗਿਆ ਹੁਣ। ਬਿਲਕੁਲ ਇਸੇ ਪੁਆਇੰਟ, ਇਸੇ ਠੀਕ ਹੈ ਡਾਕਟਰ ਸਾਹਿਬ, ਇਸੇ ਪੁਆਇੰਟ ਤੋਂ ਮੈਂ ਅੱਗੇ ਗੱਲ ਤੋਰਦਾ RS ਘੁੰਮਣ ਜੀ ਵੱਲ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਡੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ ਹੈ, ਇੰਡੀਆ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ ਹੈ। ਦੂਜੇ ਪਾਸੇ ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ 80 ਕਰੋੜ ਭਾਰਤੀਆਂ ਨੂੰ ਜਿਹੜਾ ਉਹ ਮੁਫਤ ਅਨਾਜ ਦੇਣਾ। ਇਹਦਾ ਮਤਲਬ ਇੱਕ ਸਿੱਧਾ ਅਸਰ ਇਹ ਵੀ ਨਿਕਲਦਾ ਹੈ, ਅਰਥ ਇਹ ਨਿਕਲਦਾ ਹੈ ਕਿ 80 ਕਰੋੜ ਫਿਰ ਅਨਾਜ ਖਰੀਦਣ ਦੇ ਕਾਬਿਲ ਨਹੀਂ ਹੈਗੇ, ਇਸ ਕਰਕੇ ਉਹਨਾਂ ਨੂੰ ਅਨਾਜ ਜਿਹੜਾ ਉਹ ਵੰਡਣਾ ਪੈਣਾ। ਦੇਖੋ ਇਦਾਂ ਹੈ ਕਿ ਜਿਹੜਾ ਇਹ ਸਾਰਾ ਸਿਲਸਿਲਾ ਹੈ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਅਸੀਂ ਕ੍ਰੌਪ ਦੀ ਕੰਸੈਂਟਰੇਸ਼ਨ ਬਹੁਤ ਕਰ ਦਿੱਤੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਆਦਮੀ ਦੇ ਪਹੁੰਚ ਤੋਂ ਬਾਹਰ। ਕਦੀ ਮੱਕੀ ਜਿਹੜੀ ਹੈ ਕਣਕ ਨਾਲੋਂ ਸਸਤੀ ਹੁੰਦੀ ਸੀ, ਗੁੜ ਸ਼ੱਕਰ ਚੀਨੀ ਨਾਲੋਂ ਸਸਤਾ ਹੁੰਦਾ ਸੀ, ਠੀਕ ਹੈ ਨਾ। ਸੋ ਦਾਲਾਂ ਜਿਹੜੀਆਂ ਨੇ ਉਹ ਸਸਤੀਆਂ ਹੁੰਦੀਆਂ ਸੀ, ਤੇ ਜਿਹੜਾ ਇਹ ਅਨਾਜ ਦੇ ਰਹੇ ਨੇ ਉਹਦੇ ਚ ਦਾਲਾਂ ਦੀ ਕਿੰਨੀ ਮਿਕਦਾਰ ਹੈ, ਜਿਹੜਾ ਮਿਡ ਡੇ ਮੀਲ ਦੇ ਰਹੇ ਨੇ ਉਹਦੀ ਕੁਆਲਿਟੀ ਕੀ ਹੈ। ਠੀਕ ਹੈ, ਪੇਟ ਭਰਿਆ ਜਾਂਦਾ ਹੈ, ਅਨਾਜ ਮਿਲ ਜਾਂਦਾ ਹੈ, ਪਰ ਪੇਟ ਭਰਨ ਦੇ ਨਾਲ ਨਾਲ ਨਿਊਟ੍ਰੀਸ਼ਨ ਵੀ ਚਾਹੀਦਾ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ। ਕਦੀ ਇੱਕ ਕਹਾਵਤ ਸੀ, ਖਾਈਏ ਦਾਲ ਜਿਹੜੀ ਨਿਭੇ ਨਾਲ। ਹੁਣ ਦਾਲ ਤਾਂ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੀ ਚਲ ਗਈ। ਜਿਹੜੀ ਕੋਈ ਵੀ ਦਾਲ ਤੁਸੀਂ 100 ਰੁਪਏ ਤੋਂ ਘੱਟ ਨਹੀਂ ਖਾ ਲੈਂਦੇ। ਸੋ ਮੇਰਾ ਮਤਲਬ ਇਹ ਹੈ ਕਹਿਣ ਦਾ ਕਿ ਮੈਂ ਫਿਰ ਉੱਥੇ ਆਵਾਂਗਾ ਕਿ ਇਹਦੇ ਜਿਹੜੇ ਕਾਰਨ ਕੀ ਨੇ। ਕਾਰਨ ਇਹਦੇ ਹੈ ਕਿ ਇੱਕ ਤਾਂ ਲੋਕਾਂ ਨੂੰ ਜਿਹੜੇ ਸਫੀਸ਼ੀਐਂਟ ਫੂਡ ਦੀ ਤੇ ਪਾਏਦਾਰ ਫੂਡ ਦੀ, ਨਿਊਟ੍ਰੀਸ਼ਨਲ ਫੂਡ ਦੀ ਐਕਸੈਸ ਨਹੀਂ ਹੈ, ਪਹੁੰਚ ਨਹੀਂ ਹੈ ਉਹਨਾਂ ਦੀ। ਦੂਜਾ ਹੈ ਕਿ ਉਹਨਾਂ ਕੋਲੇ ਅਫੋਰਡੇਬਿਲਿਟੀ ਨਹੀਂ ਹੈ, ਕਿ ਉਹ ਜੇ ਹੋਏ ਅਵੇਲੇਬਲ ਵੀ ਹੋਵੇ ਤਾਂ ਉਹ ਖਰੀਦ ਨਹੀਂ ਸਕਦੇ। ਤੀਜਾ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਭੁੱਖਮਰੀ ਕੇਵਲ ਇਸ ਕਰਕੇ ਨਹੀਂ ਹੈ ਕਿ ਤੁਹਾਡੇ ਕੋਲ ਅਨਾਜ ਦੀ ਕਮੀ ਹੈ, ਭੁੱਖਮਰੀ ਇਸ ਕਰਕੇ ਕਿ ਲੋਕਾਂ ਕੋਲੇ ਖਰੀਦ ਸ਼ਕਤੀ ਨਹੀਂ ਹੈ। ਭੁੱਖਮਰੀ ਇਸ ਕਰਕੇ ਹੈ ਕਿ ਅਨਾਜ ਜਿਹੜਾ ਉਹ ਹੋਲਡ ਵੀ ਕਰ ਲਿਆ ਜਾਂਦਾ ਹੈ। 1943 ਦਾ 44 ਦਾ ਜਿਹੜਾ ਬੰਗਾਲ ਦਾ ਕਾਲ ਸੀ, ਉਹਦੇ ਵਿੱਚ ਲੋਕ ਲੱਖਾਂ ਲੋਕ ਇਸ ਕਰਕੇ ਨਹੀਂ ਮਰੇ ਕਿ ਅਨਾਜ ਨਹੀਂ ਸੀ ਹੈਗਾ, ਭੰਡਾਰ ਭਰੇ ਹੋਏ ਸੀ, ਪਰ ਸੰਸਾਰ ਯੁੱਧ ਚੱਲ ਰਿਹਾ ਸੀ, ਸਰਕਾਰਾਂ ਕਿਤੇ ਹੋਰ, ਉਹਨਾਂ ਦੀ ਪ੍ਰਾਇੋਰਟੀ ਹੋਰ ਸੀ। ਸੋ ਲੋਕਾਂ ਨੂੰ ਅਨਾਜ ਦੇਣ ਦੀ ਬਜਾਏ ਉਹਨਾਂ ਨੇ ਭੁੱਖੇ ਮਰਨਾ ਬਿਹਤਰ ਸਮਝਿਆ। ਸੋ ਇਹ ਜਿਹੜਾ ਇੱਕ ਤਾਂ ਆਰਥਿਕ ਕਾਰਨਾਂ ਚੋਂ ਜੇ ਸਾਰੇ ਜੁੜੇ ਹੋਏ ਨੇ, ਟੋਟਲ ਜਿਹੜੀ ਪੋਲੀਟੀਕਲ ਇਕਨੋਮੀ ਹੈ ਉਹ ਦੇਖਣ ਦੀ ਲੋੜ ਹੈ ਕਿ ਸਮਾਜਿਕ ਕਾਰਨ ਕੀ ਹੈ, ਆਰਥਿਕ ਕਾਰਨ ਕੀ ਹੈ, ਰਾਜਨੀਤਿਕ ਕਾਰਨ ਕੀ ਹੈ। ਇਹ ਨਹੀਂ ਹੈ ਕਿ ਲੋਕਾਂ ਨੂੰ ਗਿਆਨ ਨਹੀਂ ਹੈ ਜਾਂ ਜਾਣਕਾਰੀ ਨਹੀਂ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਦੋਂ ਬੇਰੁਜ਼ਗਾਰੀ, ਜਿਹੜੇ ਆਮਦਨ ਦੇ ਸਾਧਨ ਕਿੱਥੋਂ ਆਣੇ ਨੇ, ਜਾਂ ਤੇ ਤੁਹਾਡੇ ਕੋਲੇ ਜਿਹੜੇ ਮਾਲਕੀਅਤ ਆਮਦਨ ਪੈਦਾ ਕਰਨ ਵਾਲੇ ਸਾਧਨਾਂ ਤੇ ਤੁਹਾਡੀ ਮਾਲਕੀਅਤ ਹੋਵੇ, ਤੇ ਜਾਂ ਫਿਰ ਆਣੇ ਨੇ ਤੁਹਾਡੇ ਕੋਲੇ ਰੁਜ਼ਗਾਰ ਹੋਵੇ। ਰੁਜ਼ਗਾਰ ਤੁਹਾਡਾ ਜਿਹੜਾ ਉਹ ਨਾ ਕੇਵਲ ਘਟ ਰਿਹਾ, ਪਹਿਲਾਂ ਸੀ ਜਦੋਂ ਪਹਿਲਾਂ UPA ਦੇ ਸਰਕਾਰ ਦੇ ਵੇਲੇ ਆਪਾਂ ਕਹਿੰਦੇ ਸੀ, ਕਹਾਵਤ ਸੀ ਕਿ ਜੌਬ ਲੈਸ ਗਰੋਥ ਹੈ।
ਹੁਣ ਜੌਬ ਲਾਸ ਗਰੋਥ। ਸੋ ਜੇ ਤੁਸੀਂ ਆਪਣੇ ਯੂਥ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰ ਸਕਦੇ ਤਾਂ ਉਹਦੇ ਕੋਲੇ ਐਕਸੈਸ ਤੇ ਅਫੋਰਡੇਬਿਲਿਟੀ ਜਿਹੜੀ ਹੈ ਭੋਜਨ ਦੀ ਨਹੀਂ ਹੋਏਗੀ, ਉਹਦੇ ਕੋਲੇ ਐਜੂਕੇਸ਼ਨ ਦੀ ਐਕਸੈਸ ਨਹੀਂ ਹੋਏਗੀ, ਉਹਦੇ ਕੋਲ ਹੈਲਥ ਸਰਵਿਸ ਦੀ ਐਕਸੈਸ। ਇਹ ਸਾਰਾ ਕੁਝ ਹੈਲਥ ਨਾਲ ਜੁੜਿਆ ਹੋਇਆ, ਕਿਉਂਕਿ ਖਾਣ ਪਾਣ ਤੇ ਹੀ ਸਿਹਤ ਡਿਪੈਂਡ ਕਰਦੀ ਹੈ ਤੇ ਹੋਰ ਬਾਕੀ এনवायरमेंट ਜਿਹੜਾ ਸਮਾਜਿਕ ਆਰਥਿਕ এনवायरमेंट ਉਸ ਦੀ। ਰਾਜਨੀਤਿਕ ਜਿਹੜਾ ਤਾਣਾ ਬਾਣਾ ਹੈ ਉਹ ਵੀ ਇਹਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਨਾ ਕੇਵਲ ਗਰੀਬੀ ਵਧਾਈ ਹੈ ਸਗੋਂ ਜਿਹੜੀ ਨਾ ਬਰਾਬਰੀ ਹੈ ਉਹ ਬਹੁਤ ਵਧਾਈ ਹੈ। ਜਦੋਂ ਕੰਸੈਂਟਰੇਸ਼ਨ ਆਫ ਵੈਲਥ ਹੁੰਦਾ ਹੈ, ਕੰਸੈਂਟਰੇਸ਼ਨ ਆਫ ਇਨਕਮ ਹੁੰਦਾ ਹੈ, ਜਾਂ ਜਿਹੜੀ ਨਵੀਂ ਆਮਦਨ ਪੈਦਾ ਹੋ ਰਹੀ ਹਰ ਸਾਲ ਉਹ ਕਿੰਨੇ ਲੋਕਾਂ ਦੇ ਕੋਲ ਜਾ ਰਹੀ ਹੈ। ਅਮਰੀਕਾ 1% ਮੈਂ ਤੁਹਾਨੂੰ ਮਾਫੀ ਚਾਹੁੰਦਾ ਰੋਕ ਰਿਹਾ ਜੀ। ਮੈਂ ਇੱਕ ਗੱਲ ਇੱਥੇ ਪੁਆਇੰਟ ਐਡ ਕਰਨਾ ਚਾਹੁੰਦਾ ਕਿ ਯੂਕਰੇਨ ਤੇ ਰਸ਼ੀਆ ਦਾ ਵਾਰ ਚੱਲ ਰਹੀ ਹੈ, ਔਰ ਕਿਉਂਕਿ ਯੂਕਰੇਨ ਤੋਂ ਕਾਫੀ ਜ਼ਿਆਦਾ ਐਕਸਪੋਰਟ ਹੁੰਦਾ ਸੀ ਕਣਕ ਦਾ, ਤਾਂ ਹੁਣ ਇੰਡੀਆ ਜਿਹੜਾ ਮੈਂ ਪਿਛਲੇ ਦਿਨ ਇੱਕ ਰਿਪੋਰਟ ਦੇਖ ਰਿਹਾ ਸੀ, ਕਹਿੰਦੇ ਕਿ ਸਾਡੇ ਇੱਥੋਂ ਜਿਹੜਾ ਉਹ ਬਹੁਤ ਜ਼ਿਆਦਾ ਚੀਜ਼ਾਂ ਦਾ ਐਕਸਪੋਰਟ ਹੋਣ ਲੱਗ ਗਿਆ ਦੁਨੀਆ ਦੇ ਵਿੱਚ, ਕਿਉਂਕਿ ਉੱਥੋਂ ਐਕਸਪੋਰਟ ਜਿਹੜਾ ਯੂਕਰੇਨ ਤੋਂ ਪ੍ਰਭਾਵਿਤ ਹੋਇਆ ਹੈਗਾ। ਇੱਕ ਪਾਸੇ ਤਾਂ ਸਰਕਾਰ ਇਹ ਜਿਹੜਾ ਅੰਕੜੇ ਪੇਸ਼ ਕਰਦੀ ਹੈ, ਇੱਕ ਪਾਸੇ ਇਹ ਵੀ ਅੰਕੜੇ ਨੇ ਕਿ ਦੁਨੀਆ ਦੇ ਚੋਟੀ ਦੇ ਜੀ ਜਿਹੜੇ ਅਮੀਰ ਨੇ ਉਹਨਾਂ ਦੇ ਵਿੱਚ ਭਾਰਤ ਦੇ ਲੋਕ ਨੇ, ਜਿਹੜੇ ਭਾਰਤ ਦੇ ਅਮੀਰ ਸ਼ਾਮਿਲ ਨੇ, ਜਾਂ ਅਡਾਨੀ ਦੀ ਗੱਲ ਕਰੀਏ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੀ ਗੱਲ ਕਰੀਏ। ਪਰ ਦੂਜੇ ਪਾਸੇ ਜਿਹੜਾ ਭਾਰਤ ਦਾ ਇੱਕ ਅਕਸ ਬਣਦਾ ਹੈ ਜੋ ਕਿ ਰੈਂਕਿੰਗਸ ਦੇ ਵਿੱਚ ਸਾਹਮਣੇ ਆਉਂਦਾ, ਚਾਹੇ ਗਲੋਬਲ ਪੀਸ ਇੰਡੈਕਸ ਹੋਵੇ, ਡੈਮੋਕ੍ਰੇਸੀ ਇੰਡੈਕਸ ਹੋਵੇ, ਹੁਣ ਜਿਹੜਾ ਆਪਾਂ ਹੰਗਰ ਇੰਡੈਕਸ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਆਉਂਦੀ ਹੈ। ਇਹ ਦੋ ਛਵੀਆਂ ਨੇ ਜਿਹੜੀਆਂ ਇਹ ਕਿਉਂ ਅਖਤਿਆਰ ਹੋ ਰਹੀਆਂ ਨੇ? ਦੇਖੋ, ਪਹਿਲੀ ਗੱਲ ਤੇ ਮੰਨ ਲਈ ਹੈ ਕਿ WHO ਨੂੰ ਜਾਂ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਹਿੰਦੁਸਤਾਨ ਨਾਲ ਇਕੱਲੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਨਾ ਹੀ ਉਹ ਹਿੰਦੁਸਤਾਨ ਨੂੰ ਅਲੱਗ ਕਰਕੇ ਆਪਣੀਆਂ ਰਿਪੋਰਟਾਂ ਦਿੰਦੇ ਨੇ। ਇਹ ਅਕਸ਼ ਖਰਾਬ ਕਰਨ ਵਾਲੀ ਗੱਲ, ਇਹ ਵਿਵਾਦ ਕਰ ਸਕਦੇ ਨੇ, ਉਹਨਾਂ ਦੇ ਸੈਂਪਲ ਤੇ ਕਰ ਸਕਦੇ ਨੇ, ਪਰ ਇਹ ਕਹਿਣਾ ਕਿ ਉਹ ਗਲਤ ਹੈ ਇਹ ਮੇਰਾ ਖਿਆਲ ਠੀਕ ਨਹੀਂ। ਦੂਜਾ ਜਿਹੜਾ ਤੁਸੀਂ ਗੱਲ ਕੀਤੀ ਹੈ ਉਹ ਆਰਥਿਕ ਨਾ ਬਰਾਬਰੀ ਵਧਣ ਨਾਲ ਕੀਤੀ ਹੈ ਕਿ ਪਿਛਲੇ ਸਮੇਂ 'ਚ ਜਿਹੜੀਆਂ ਰਿਪੋਰਟਾਂ ਹੋਈਆਂ ਨੇ ਉਹ ਹੈ ਕਿ ਜਿੰਨਾ ਆਮਦਨ ਪੈਦਾ ਹੋ ਰਹੀ ਹੈ, ਜਨਰੇਟ ਹੋ ਰਹੀ ਹੈ, ਉਹਦੇ ਚੋਂ 73-74% ਤਾਂ 1% ਲੋਕਾਂ ਕੋਲ ਹੀ ਚਲੇ ਜਾਂਦਾ। ਔਰ ਇਹ ਰਿਪੋਰਟਾਂ ਨੇ ਕਿ ਪਿਛਲੇ ਸਮੇਂ 'ਚ ਕਾਰਪੋਰੇਟ ਸੈਕਟਰ ਦੀ ਜਿਹੜੀ ਆਮਦਨ ਹੈ ਉਹ ਜਿਹੜੀ 1995-96 ਦੇ ਵਿੱਚ 13-14% ਸੀ ਟੋਟਲ GDP 'ਚ, ਉਹ ਕੋਈ 25-30% ਵੱਧ ਗਈ ਹੈ ਤੇ ਅਸੀਂ ਉਹਨਾਂ ਨੂੰ ਹੋਰ ਸਹੂਲਤਾਂ ਦੇ ਰਹੇ ਹਾਂ, ਟੈਕਸ ਘਟਾ ਰਹੇ ਹਾਂ। ਇੰਗਲੈਂਡ ਦੇ ਵਿੱਚ ਉਹਨਾਂ ਨੇ ਟੈਕਸ ਘਟਾਇਆ ਸੀ ਕਾਰਪੋਰੇਟ ਟੈਕਸ ਤੇ ਵਾਪਸ ਲੈਣਾ ਪਿਆ ਉਹ ਫੈਸਲਾ। ਪ੍ਰਧਾਨ ਮੰਤਰੀ ਦਾ ਅਸਤੀਫਾ ਹੋ ਗਿਆ। ਹਾਂਜੀ, ਪ੍ਰਧਾਨ ਮੰਤਰੀ ਦਾ ਬਕਾਇਦਾ ਤੌਰ ਅਸਤੀਫਾ ਹੋ ਗਿਆ, 44 ਦਿਨਾਂ ਬਾਅਦ ਅਸਤੀਫਾ ਦੇਣਾ ਪੈ ਗਿਆ। ਬੜਾ ਕ੍ਰਾਈਸਿਸ ਆਇਆ ਤੁਹਾਡੇ ਸ਼੍ਰੀਲੰਕਾ 'ਚ, ਕ੍ਰਾਈਸਿਸ ਆਇਆ ਤੇ ਤੁਹਾਡਾ ਜਿਹੜਾ ਈਵਨ ਕਰਜ਼ਾ ਵੀ ਹੈ, ਗਲੋਬਲ ਕਰਜ਼ਾ ਹਿੰਦੁਸਤਾਨ ਦੀ ਸਰਕਾਰ ਤੇ ਉਹ 85% ਹੈ। ਸੋ ਇਹ ਸਾਰਾ ਕੁਝ ਜਿਹੜਾ ਤਾਣਾ ਬਾਣਾ ਹੈ, ਕਰਜ਼ਾ ਵੀ ਚੁੱਕਿਆ ਜਾ ਰਿਹਾ, ਉਹ ਆਮ ਲੋਕਾਂ ਨੂੰ ਜਿਹੜਾ ਇੱਕ ਟ੍ਰਿਕਲ ਡਾਊਨ ਥਿਊਰੀ ਇਕਨੋਮਿਕਸ ਹੁੰਦੀ ਹੈ ਕਿ ਜਦੋਂ ਵਿਕਾਸ ਹੋਏਗਾ ਤੇ ਥੱਲੇ ਸਾਰਿਆਂ ਤੱਕ ਪਹੁੰਚੇਗਾ। ਇਹ ਗਲਤ ਹੈ, ਇਹ ਗਲਤ ਸਿੱਧ ਹੋ ਗਿਆ ਕਿ ਵਿਕਾਸ ਭਾਵੇਂ ਹਿੰਦੁਸਤਾਨ ਦਾ ਹੋਵੇ ਭਾਵੇਂ ਦੁਨੀਆ ਦਾ ਹੋਵੇ, ਜਿੱਥੇ ਜਿੱਥੇ ਇਸ ਹਿਸਾਬ ਕਿਤਾਬ 'ਚ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਉਹ ਵਿਕਾਸ ਦਾ ਲਾਭ ਜਿਹੜਾ ਆਮ ਲੋਕਾਂ ਤੱਕ ਨਹੀਂ ਪਹੁੰਚਦਾ। ਇਸੇ ਕਰਕੇ ਆਮ ਲੋਕਾਂ ਦੀ ਜਿਹੜੀ ਐਕਸੈਸ ਆ, ਅਫੋਰਡੇਬਿਲਿਟੀ ਹੈ, ਭਾਵੇਂ ਉਹ ਭੋਜਨ ਹੋਵੇ ਭਾਵੇਂ ਐਜੂਕੇਸ਼ਨ ਹੈਲਥ, ਉਹ ਘਟਦੀ ਜਾ ਰਹੀ। ਦੂਜਾ ਇਹ ਹੈ ਕਿ ਸਰਕਾਰਾਂ ਦਾ ਜਿਹੜਾ ਐਮਫਸਿਸ ਹੈ ਉਹ ਟ੍ਰੀਟਮੈਂਟ ਵਾਲਾ, ਕਿਉਰ ਵੱਲ ਨਹੀਂ ਹੈ ਕਿਸੇ ਵੀ। ਇਹ ਇਕੱਲਾ ਹੈਲਥ ਤੇ ਨਹੀਂ, ਕਿਉਂ ਪ੍ਰੋਬਲਮ ਓਰੀਜੀਨੇਟ ਹੋਈ ਹੈ, ਡਾਇਗਨੋਸ ਕਰਨ ਵਾਲਾ ਜਿਹੜਾ ਪ੍ਰੋਬਲਮ ਆ, ਭਾਵੇਂ ਸਮਾਜਿਕ ਪ੍ਰੋਬਲਮ ਆ, ਆਰਥਿਕ ਹੈ, ਭਾਵੇਂ ਉਹ ਰਾਜਨੀਤਿਕ ਹੈ, ਕਿ ਉਹ ਡਾਇਗਨੋਸ ਪ੍ਰੋਪਰ ਕਰਕੇ ਫੇਰ ਹੀ। ਜੇ ਆਪਾਂ ਮੰਨਣਾ ਹੀ ਨਹੀਂ ਕਿ ਮੈਂ ਬਿਮਾਰ ਹਾਂ ਜਾਂ ਮੈਂ ਭੁੱਖਾ ਹਾਂ ਤਾਂ ਫਿਰ ਤਾਂ ਸਭ ਅੱਛਾ ਹੈ, ਕਿਉਂਕਿ ਇਹ ਜਿਹੜਾ ਡਿਨਾਇਲ ਮੋਡ ਹੈ ਨਾ ਇਹ ਖਤਰਨਾਕ ਹੈ। ਤੇ ਇਸੇ ਕਰਕੇ ਹੀ ਸਰਕਾਰਾਂ ਜਿਹੜੀਆਂ ਨੇ, ਕਿਉਂਕਿ ਉਹ ਆਰਥਿਕ ਜਾਂ ਸਮਾਜਿਕ ਮਸਲੇ ਹੱਲ ਕਰਨ ਦੀ ਬਜਾਏ, ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ, ਜਿਹੜਾ ਨੌਨ ਇਕਨੋਮਿਕ ਮਸਲੇ ਨੇ ਜਾਂ ਜਿਹੜੇ ਲੋਕਾਂ ਦੇ ਬੁਨਿਆਦੀ ਮਸਲੇ ਉਹਨਾਂ ਤੋਂ ਧਿਆਨ ਹਟਾਉਣ ਲਈ ਕੋਈ ਨਾ ਕੋਈ ਹੋਰ ਰਸਤਾ ਲੱਭ ਰਹੀ ਹੈ, ਜਿਵੇਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ। ਸੋ ਮੈਨੂੰ ਲੱਗਦਾ ਕਿ ਇਹ ਸੀਨੀਅਰ ਸਾਇੰਸ ਇਹ ਕਹਿੰਦੀ ਹੈ ਕਿ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ, ਤੇ ਜੇ ਇਹਨਾਂ ਨੂੰ ਲੱਗਦਾ ਕਿ ਉਹ ਅੰਕੜੇ ਤੇ ਆਪਣਾ ਪੈਰਲਲ ਅੰਕੜੇ ਦੇ ਦੇਣ। ਦੇਖੋ, ਉਹਨਾਂ ਨੇ ਮੈਥਡੋਲੋਜੀ ਤੇ ਕੁਐਸਚਨ ਕੀਤਾ ਨਾ ਕਿ ਇਹਨਾਂ ਦੀ ਮੈਥਡੋਲੋਜੀ ਠੀਕ ਨਹੀਂ, ਤੇ ਆਪਣਾ ਕਰ ਲੈਣ, ਪੈਰਾਮੀਟਰ ਰੱਖ ਲੈਣ
ਤੇ ਦੱਸ ਦੇਣ ਕਿ ਕੀ ਹੋਇਆ। ਸੋ ਇਹ ਕਹਿਣਾ। ਦੂਜਾ ਜਿਹੜਾ ਨਰੇਟਿਵ ਮੈਨੂੰ ਬਹੁਤ ਤਕਲੀਫ ਹੁੰਦੀ ਹੈ ਕਿ 7 ਸਾਲ ਤੇ 70 ਸਾਲ, 7 ਮਹੀਨੇ ਤੇ 70 ਸਾਲ, ਇਹ ਨਰੇਟਿਵ ਕੀ ਹੈ? ਇੱਕ ਧਰਾਤਲ ਤੁਹਾਡੇ ਤੋਂ ਪਹਿਲਾਂ ਤਿਆਰ ਕੀਤੀ ਹੋਈ ਹੈ, ਭਾਵੇਂ ਭਾਰਤ ਹੈ ਭਾਵੇਂ ਪੰਜਾਬ ਹੈ, ਉਹ ਧਰਾਤਲ ਨੂੰ ਤੁਸੀਂ ਮੰਨਦੇ ਹੀ ਨਹੀਂ। ਤੁਸੀਂ ਮੰਨਦੇ ਨਹੀਂ ਕਿ ਤੁਹਾਡੇ ਪਿਓ ਦਾ ਦਿਨ ਵੀ ਕੋਈ ਕੰਮ ਕੀਤਾ ਹੈਗਾ। ਠੀਕ ਹੈ, ਗਲਤੀਆਂ ਵੀ ਹੋਈਆਂ ਹੋਣਗੀਆਂ, ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਕੰਪੇਰੇਬਲ ਤੇ ਅਨਕੰਪੇਰੇਬਲ ਦੇਖੋ। 7 ਮਹੀਨਿਆਂ ਦਾ 70 ਸਾਲਾਂ ਨਾਲ ਕੀ ਮੁਕਾਬਲਾ ਹੈ? 8 ਸਾਲਾਂ ਦਾ 70 ਸਾਲਾਂ ਨਾਲ ਕੀ ਮੁਕਾਬਲਾ ਹੈ? ਕਿ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਗਿਆ, ਤੁਸੀਂ ਉਸ ਤੋਂ ਅੱਗੇ ਚੱਲੋ, ਉਹਨੂੰ ਡਿਸਮੈਂਟਲ ਨਾ ਕਰੋ। ਹੁਣ ਤਾਂ ਡਿਸਇਨਵੈਸਟਮੈਂਟ ਕਰਕੇ ਆਪਾਂ ਡਿਸਮੈਂਟਲ ਵੀ ਕਰ ਰਹੇ ਹਾਂ। ਚਲੋ ਠੀਕ ਹੈ, ਮੈਂ ਜੀ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ। ਜੀ ਜੀ, ਮੈਂ ਤੁਹਾਡੇ ਕੋਲ ਇਸ ਤੋਂ ਬਾਅਦ ਜ਼ਰੂਰ ਆਊਂਗਾ, ਪਰ ਡਾਕਟਰ ਪਿਆਰੇ ਲਾਲ ਗਰਗ ਜੀ ਦਾ ਰੁਖ ਕਰੂੰਗਾ। ਗਰਗ ਸਾਹਿਬ, ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ, ਆਪਾਂ ਉਹ 3-4 ਚੀਜ਼ਾਂ ਦੇ ਉੱਪਰ ਗੱਲਬਾਤ ਕਰ ਹੀ ਰਹੇ ਸੀ, ਔਰ ਖਾਸ ਉਹਦੇ ਵਿੱਚ ਜੋ ਚੀਜ਼ ਮੈਨੂੰ ਸਮਝ ਆਈ ਨਿਕਲ ਕੇ ਤੁਹਾਡੇ ਪਹਿਲੇ ਪੁਆਇੰਟ ਦੇ ਵਿੱਚੋਂ ਕਿ ਬੇਸ਼ੱਕ ਚੀਜ਼ਾਂ ਖਾਣ ਵਾਲੀਆਂ ਅਵੇਲੇਬਲ ਵੀ ਹੋਣ, ਪਰ ਸਾਨੂੰ ਸ਼ਾਇਦ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਦੇ ਨਾਲ ਜਿਹੜਾ ਜਾਂ ਕਿਵੇਂ ਉਸ ਨੂੰ ਖਾਣਾ ਹੈਗਾ, ਕਿ ਕਿਹੜੀ ਚੀਜ਼ ਨਾਲ ਪੋਸ਼ਣ ਮਿਲਣਾ ਹੈ। ਦੂਜਾ, ਮੈਂ ਇੱਕ ਪੁਆਇੰਟ ਇਹ ਜਾਣਨਾ ਚਾਹੁੰਦਾ ਕਿ ਕਿਉਂਕਿ ਇਹ 4 ਚੀਜ਼ਾਂ ਨੇ, ਅੰਡਰ ਨਰਿਸ਼ਮੈਂਟ, ਚਾਈਲਡ ਸਟੰਟਿੰਗ, ਚਾਈਲਡ ਵੇਸਟਿੰਗ, ਚਾਈਲਡ ਮੋਰਟੈਲਿਟੀ, ਇਹੀ ਚੀਜ਼ਾਂ ਆਪਾਂ ਕਹਿ ਲਈਏ ਕਿ ਜਿਹੜਾ ਹੰਗਰ ਇੰਡੈਕਸ ਦੇ ਵਿੱਚ ਕੰਟਰੀਬਿਊਟ ਕਰਦੀਆਂ ਨੇ, ਜਾਂ ਫਿਰ ਜਾਂ ਜਿਵੇਂ ਕਿ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਈ ਮੁਲਕ ਆਪਣੇ ਤੋਂ ਖੁਸ਼ਹਾਲੀ ਦੇ ਵਿੱਚ ਵੀ ਅੱਗੇ ਨੇ। ਜਿਹੜਾ ਪੀਸ ਇੰਡੈਕਸ ਆਇਆ ਸੀਗਾ, ਉਹ ਵੀ ਕਿਤੇ ਨਾ ਕਿਤੇ ਲੋਕਾਂ ਦੇ ਜੋ ਕਿਉਂਕਿ ਮਨੋਬਲ ਅਗਰ ਜਿਸ ਤਰੀਕੇ ਦਾ ਹੋਏਗਾ ਤਾਂ ਸਰੀਰ ਦੇ ਉੱਪਰ ਵੀ ਅਸਰ ਦਿਸਦਾ ਉਸ ਚੀਜ਼ ਦਾ, ਬੱਚੇ ਦੀ ਡਿਵੈਲਪਮੈਂਟ ਦੇ ਉੱਪਰ ਜਾਂ ਸਾਰੀ ਚੀਜ਼ਾਂ ਦੇ ਉੱਪਰ। ਦੇਖੋ, ਗੱਲ ਇਹ ਹੈ ਵੀ ਪਹਿਲਾਂ ਜੇ ਤਾਂ ਮੈਂ ਪਹਿਲੇ ਪੋਰਸ਼ਨ 'ਚ ਇਸ ਤਰ੍ਹਾਂ ਹੋ ਗਿਆ ਸ਼ਾਇਦ ਵੀ ਗਿਆਨ ਦੀ ਘਾਟ ਕਰਕੇ, ਉਹ 'ਚ ਮੈਂ ਉਦਾਹਰਨ ਇਹੀ ਦਿੱਤੀ ਸੀ ਵੀ ਗਿਆਨ ਦੀ ਘਾਟ ਕਰਕੇ ਨਹੀਂ, ਗਿਆਨ ਤਾਂ ਉਹਨਾਂ ਨੂੰ ਹੈਗਾ ਸੀ ਪਰ ਖਾ ਤਾਂ ਫਿਰ ਵੀ ਨਹੀਂ ਰਹੇ। ਗਿਆਨ ਦੀ ਘਾਟ ਜਿਹੜੀ ਆ ਹੋਰ ਐਂਗਲ ਤੋਂ ਹੈ, ਕਿ ਬੱਚੇ ਨੂੰ ਸਾਹਮਣਾ ਕਿਵੇਂ ਆ, ਹੋਰ ਪੋਸ਼ਣ ਦੇ ਲੈਵਲ ਤੇ ਗਿਆਨ ਤਾਂ ਜ਼ਿਆਦਾ ਸੀ ਲੋਕਾਂ ਕੋਲੇ। ਕਿਵੇਂ? ਦਾਲ ਰੋਟੀ, ਖਿਚੜੀ, ਦਾਲ ਚਾਵਲ, ਦਹੀਂ ਚਾਵਲ, ਲੱਡੂ ਜਲੇਬੀ, ਬੂੰਦੀ ਤੇ ਬਦਾਨਾ, ਮੱਛੀ ਚਾਵਲ। ਗੁਰਦੁਆਰਿਆਂ 'ਚ ਵੀ ਪ੍ਰਸ਼ਾਦ ਦੇ ਨਾਲ ਛੋਲੇ ਪਾ ਕੇ ਵੰਡੇ ਜਾਂਦੇ ਸੀ, ਉਬਲੇ ਹੋਏ ਛੋਲੇ। ਤੇ ਇਹ ਸਾਰਾ ਕੁਝ ਸਾਡੇ, ਮੈਂ ਇੱਕ ਵਾਰੀ ਕਲਕੱਤੇ ਇੱਕ ਨੈਸ਼ਨਲ ਕਾਨਫਰੰਸ ਸੀ, ਉਹਦੇ 'ਚ ਮੈਨੂੰ ਨਿਊਟ੍ਰੀਸ਼ਨ ਦੇ ਉੱਤੇ ਟ੍ਰੇਨਿੰਗ ਦੇਣ ਵਾਸਤੇ, ਉਹ ਅੱਧੇ ਦਿਨ ਦੀ ਟ੍ਰੇਨਿੰਗ ਦੇਣੀ ਸੀ। ਮੈਂ ਆਖਿਆ ਵੀ ਟ੍ਰੇਨਿੰਗ ਦੇ ਕੇ ਤੁਸੀਂ ਕੀ ਕਰੋਗੇ? ਟ੍ਰੇਨਿੰਗ ਦੇ ਕੇ ਆ ਜਾਊਗਾ ਨਿਊਟ੍ਰੀਸ਼ਨ? ਨਿਊਟ੍ਰੀਸ਼ਨ ਤਾਂ ਹਰ ਗ੍ਰਹਿਣੀ ਨੂੰ ਪਤਾ ਹੋਣਾ ਚਾਹੀਦਾ ਹੈ, ਹਰ ਹਲਵਾਈ ਨੂੰ ਪਤਾ ਹੋਣਾ ਚਾਹੀਦਾ, ਹਰ ਹੋਟਲ ਵਾਲੇ ਨੂੰ ਪਤਾ ਹੋਣਾ ਚਾਹੀਦਾ, ਹਰ ਮੈਸ ਵਾਲੇ ਨੂੰ ਪਤਾ ਹੋਣਾ ਚਾਹੀਦਾ, ਹਰ ਜਿਹੜਾ ਢਾਬਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਵੀ ਭਾਈ ਨਿਊਟ੍ਰੀਸ਼ਨ ਕੀ ਆ। ਉਹਨੂੰ ਕਹਿਣਾ ਨਾ ਪਵੇ, ਆਪ ਹੀ ਉਹਦਾ ਸੁਭਾਅ ਹੀ ਇਹ ਹੋਵੇ, ਤਿੱਥ ਤੇ ਤਿਉਹਾਰ ਤੇ ਹਰ ਚੀਜ਼, ਤਾਂ ਕਿ ਉਹ ਮਿਕਸ ਹੋਵੇ। ਲੱਡੂ ਜਲੇਬੀ ਪਕੌੜੇ ਬਣਾਉਂਦੇ ਸੀ, ਆਮ ਹੀ ਪਿੰਡਾਂ 'ਚ ਪਕੌੜੇ, ਬੇਸਣ ਦੇ ਪਕੌੜੇ ਬਣਦੇ ਸੀ। ਬੜੀਆਂ ਕਿਉਂ ਬਣਾਉਂਦੇ ਸੀ? ਵਿਆਹ 'ਚ ਵੀ ਬੜੀਆਂ ਬਣਾਈਆਂ ਜਾਂਦੀਆਂ ਸੀ, ਕਿਉਂਕਿ ਅਸੀਂ ਸਾਡੇ ਸੱਭਿਆਚਾਰ ਦਾ ਹਿੱਸਾ ਬਣਾਤਾ। ਭੋਜਨ ਜਿਹੜਾ ਹੈ ਉਹ ਜਾਣਕਾਰੀ ਦੇ ਲੈਵਲ ਤੇ ਸਾਡਾ ਹੈਗਾ ਸੀ, ਬਲਕਿ ਅਸੀਂ ਜਾਣਕਾਰੀ, ਕਿਉਂਕਿ ਅਸੀਂ ਇੰਡਸਟਰੀ ਨੂੰ ਅੱਗੇ ਲਿਜਾਣਾ ਚਾਹੁੰਦੇ ਸੀ, ਅਸੀਂ ਪ੍ਰੋਸੈਸਡ ਫੂਡ ਨੂੰ ਅੱਗੇ ਲਿਜਾਣਾ ਚਾਹੁੰਦੇ ਸੀ, ਅਸੀਂ ਉਹ ਜਾਣਕਾਰੀ ਦੇ ਉਲਟ ਜਾਣਬੁੱਝ ਕੇ ਗਲਤ ਜਾਣਕਾਰੀ ਦਿੱਤੀ ਹੈ। ਇਹਦੀ ਛੋਟੀ ਜਿਹੀ ਇੱਕ ਮੈਂ ਉਦਾਹਰਨ ਦਿਉਂ, ਜਿਹੜੀ ਮੈਂ ਕਿਉਂ ਕਿਹਾ ਮੇਰੇ ਮਾਮਾ ਦੇ ਪੜ੍ਹਿਆ ਹੋਣ ਦੀ ਗੱਲ। ਅਸੀਂ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਹੈ, ਕੋਈ ਤੇ ਮੈਂ ਔਰਤਾਂ ਨੂੰ ਲੈਕਚਰ ਦੇ ਰਿਹਾ ਸੀ ਵੀ ਬੱਚੇ ਨੂੰ ਦੁੱਧ ਜਿਹੜਾ ਮਾਂ ਦਾ ਪਿਲਾਉਣਾ ਕਿਉਂ ਜ਼ਰੂਰੀ ਹੈ। ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਕਹੀ ਵੀ ਅੱਜ ਤੁਸੀਂ ਜਿਹੜੀ ਬੱਸ 'ਚ ਇੱਕ ਔਰਤ ਬੈਠੀ ਹੈ, ਸੋਹਣੇ ਜਿਹੇ ਕੱਪੜੇ ਪਾਏ ਨੇ, ਉਹਨੇ ਸੋਹਣਾ ਜਿਹੇ ਕੱਪੜਿਆਂ ਵਾਲਾ ਬੱਚਾ ਗੋਰਾ ਚਿੱਟਾ ਉਹਦੀ ਗੋਦੀ 'ਚ ਚੁੱਕਿਆ ਹੋਇਆ ਹੈ, ਤੇ ਉਹਨੇ ਇੱਕ ਬੋਤਲ ਲਈ ਹੋਈ ਹੈ, ਉਹਦੇ ਤੇ ਕੱਪੜਾ ਜਿਹਾ ਚੜਾਇਆ ਹੋਇਆ ਹੈ, ਫਿਰ ਉਹ ਦੁੱਧ ਪਿਲਾ ਰਹੀ ਹੈ। ਤੁਸੀਂ ਕਹਿੰਦੇ ਹੋ ਇਹ ਨੀਮਾ ਦੀ ਤਰ੍ਹਾਂ ਦੁੱਧ ਪਿਲਾ ਰਹੀ ਹੈ, ਬੜੀ ਸਿਆਣੀ ਹੈ। ਜੇ ਤੁਸੀਂ ਇਹ ਕਹਿਣਾ ਸ਼ੁਰੂ ਕਰ ਦੋ ਵੀ ਆਹ ਪੜ੍ਹਿਆ ਲਿਖਿਆ ਨੂੰ ਧੇਲਾ ਨਹੀਂ ਪਤਾ, ਇਹਨੂੰ ਇਹ ਪਤਾ ਨਹੀਂ ਵੀ ਬੋਤਲ ਦਾ ਦੁੱਧ ਬੱਚੇ ਵਾਸਤੇ ਮਾੜਾ ਹੈ, ਆਪਦਾ ਦੁੱਧ ਪਿਲਾਉਂਦੀ ਨਹੀਂ, ਬੋਤਲ ਦਾ ਪਿਲਾਈ ਜਾਂਦੀ ਹੈ। ਬੱਚੇ ਨੂੰ ਪਿਆਰ ਹੀ ਨਹੀਂ ਕਰਦੀ, ਇਹ ਤਾਂ ਬੱਚੇ ਤੋਂ ਘਿਰਣਾ ਕਰਦੀ ਹੈ, ਇਹਨੂੰ ਤਾਂ ਆਪਦੇ ਸਰੀਰ ਦੀ ਜ਼ਿਆਦਾ ਚਿੰਤਾ, ਬੱਚਾ ਪਾਲਣ ਦੀ ਘੱਟ ਹੈ। ਮੈਂ ਉਦੋਂ ਇਹ ਤਵਾਜ਼ਨ ਬਦਲ ਜਾਏਗਾ। ਸੋ ਤੁਸੀਂ ਸਮਾਜ ਦੇ ਵਿੱਚ ਬਿੰਬ ਕਿਹੜੇ ਬਣਾਉਣੇ ਹੋ, ਕਿਹੜੀ ਚੀਜ਼ ਬਹਾਦਰੀ ਹੈ? ਅੱਜ ਤੁਸੀਂ ਬਿੰਬ ਇਹ ਬਣਾ ਰਹੇ ਹੋ ਜਿਹੜਾ ਤੁਸੀਂ ਕਿਹਾ ਮਾਨਸਿਕ ਤਣਾਅ ਪੈਦਾ ਕਰ ਰਹੇ ਹੋ ਤੁਸੀਂ ਲੋਕਾਂ ਦੇ। ਜੇ ਮਾਨਸਿਕ ਤਣਾਅ ਹੋਏਗਾ ਕਿਸੇ ਬੰਦੇ ਨੂੰ, ਮੈਂ ਇਹਦੀ ਛੋਟੀ ਗੱਲ ਨੂੰ ਵੱਡਾ ਕਰਦਾ ਹੋਇਆ ਕਹਿਣਾ, ਕਿਸੇ ਬੰਦੇ ਨੇ ਆਖਿਆ ਕਿ ਜੀ ਇਹਦਾ ਨਾ ਭਾਰ ਨਹੀਂ ਘਟਦਾ, ਖਾਂਦਾ ਬਹੁਤ ਹੈ, ਉਹ ਕਹਿੰਦਾ ਖਾਈ ਜਾਵੇ। ਉਹਨੇ ਜੀ ਉਹ ਬੱਕਰੀ ਦੇ ਅੱਗੇ ਨਾ ਸ਼ੇਰ ਬਣਤਾ, ਦੂਜੇ ਪਾਸੇ ਸ਼ੇਰ ਵੀ, ਉਹਨੂੰ ਲੱਗੇ ਵੀ ਮੈਨੂੰ ਡਰ ਹੈ,
ਉਹ ਡਰ ਚ ਖਾਈ ਜਾਵੇ, ਜਿੰਨਾ ਮਰਜ਼ੀ ਕਮਜ਼ੋਰ ਹੋਈ ਜਾਵੇ। ਸੋ ਇਹ ਜਿਹੜਾ ਮਾਨਸਿਕ ਤਣਾਅ ਅਸੀਂ ਪੈਦਾ ਕਰਤਾ, ਅਸੀਂ ਲੋਕਾਂ ਨੂੰ, ਕਮਿਊਨਿਟੀਜ਼ ਨੂੰ ਲੜਾਉਣਾ ਸ਼ੁਰੂ ਕਰਤਾ, ਅਸੀਂ ਸਰਕਾਰ ਦਾ ਰੋਹ ਪਾਉਣਾ ਸ਼ੁਰੂ ਕਰਤਾ, ਅਸੀਂ ਬੋਲਣ ਦੀ ਆਜ਼ਾਦੀ ਖਤਮ ਕਰਤੀ, ਘੁੰਮਣ ਫਿਰਨ ਦੀ ਆਜ਼ਾਦੀ ਖਤਮ ਕਰਤੀ, ਅਸੀਂ ਨੱਚਣ ਟੱਪਣ ਦੀ ਆਜ਼ਾਦੀ ਖਤਮ ਕਰਤੀ, ਅਸੀਂ ਸੱਭਿਆਚਾਰ ਨੂੰ ਇੰਡਸਟਰੀ ਬਣਾਤਾ। ਜਿੱਦਾਂ ਤੁਸੀਂ ਇੱਕ ਗੱਲ ਸਮਝ ਲਓ, ਜਿੱਦਾਂ ਤੁਸੀਂ ਕਿਸੇ ਵੀ ਚੀਜ਼ ਨੂੰ, ਜੇ ਮੈਂ ਅੰਗਰੇਜ਼ੀ ਕਹਾਂ ਕੈਪੀਟਲ ਇੰਟੈਂਸਿਵ ਤੇ ਟੈਕਨੋਲੋਜੀ ਇੰਟੈਂਸਿਵ, ਜਾਂ ਪੰਜਾਬੀ ਚ ਕਹਾਂ ਜਿੱਦੇ ਤੁਸੀਂ ਸਰਮਾਇਆ ਜਿੱਥੇ ਜ਼ਿਆਦਾ ਖਰਚ ਹੋਏਗਾ, ਮਸ਼ੀਨ ਵੱਡੀ ਚਾਹੀਦੀ ਹੋਏਗੀ, ਗੁੰਝਲਦਾਰ ਮਸ਼ੀਨ ਚਾਹੀਦੀ ਹੋਏਗੀ, ਉਹ ਚੀਜ਼ ਲੋਕਾਂ ਦੇ ਵੱਸ ਤੋਂ ਬਾਹਰ ਚਲੀ ਜਾਏਗੀ। ਚਾਹੇ ਉਹ ਭੋਜਨ ਹੋਵੇ, ਚਾਹੇ ਉਹ ਕੱਪੜੇ ਹੋਣ, ਚਾਹੇ ਉਹ ਸਿੱਖਿਆ ਹੋਵੇ, ਚਾਹੇ ਉਹ ਸਿਹਤ ਹੋਵੇ, ਚਾਹੇ ਉਹ ਮਕਾਨ ਹੋਣ, ਚਾਹੇ ਉਹ ਆਵਾਜਾਈ ਹੋਵੇ। ਜੇ ਵੱਡੀਆਂ ਕਾਰਾਂ ਲੈਣੀਆਂ ਪੈਣਗੀਆਂ ਤਾਂ ਬੰਦਾ ਸਾਈਕਲ ਵਾਲਾ ਤਾਂ ਗਿਆ। ਸੋ ਇਸ ਕਰਕੇ ਅਸੀਂ ਕਿਸ ਪਾਸੇ ਨੂੰ ਤੁਰ ਪਏ, ਅਸੀਂ ਟੈਕਨੋਲੋਜੀ ਦੇ ਵਿੱਚ ਹੱਲ ਲੱਭਣ ਲੱਗੇ ਜੀ। ਟੈਕਨੋਲੋਜੀ ਦੀ ਆਪਣੀ ਭੂਮਿਕਾ ਹੈ। ਅੱਛਾ, ਤੁਹਾਡੀ ਨਾ ਇਸੇ ਗੱਲ ਤੋਂ, ਤੁਸੀਂ ਪਹਿਲਾਂ ਵੀ ਗੱਲ ਕੀਤੀ, ਮੈਨੂੰ ਇੱਕ ਗੱਲ ਯਾਦ ਆ ਗਈ, ਪੁਆਇੰਟ ਮੈਨੂੰ ਚੇਤੇ ਆ ਗਿਆ, ਤੁਸੀਂ ਆਪਣੀ ਗੱਲ ਕੰਪਲੀਟ ਕਰਿਓ ਉਸ ਤੋਂ ਬਾਅਦ, ਕਿ ਬੀਜੇਪੀ ਦੀ ਸਰਕਾਰ ਭਾਰਤ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਨਾ ਬੜਾ ਤਕੜਾ ਪ੍ਰਚਾਰ ਕਰਦੀ ਹੈ। ਕਹਿੰਦੇ ਕਿ ਅਸੀਂ ਪੜ੍ਹਾਈ ਵੀ ਜਿਹੜੀ ਆ ਹੁਣ ਉਹ ਹਿੰਦੀ 'ਚ ਕਰਾਉਣੀ ਹੈ, ਕਹਿੰਦੇ ਅਸੀਂ ਅੰਗਰੇਜ਼ੀ 'ਚ ਪੜ੍ਹਾਈ ਨਹੀਂ ਕਰਾਉਣੀ। ਐਮਪੀ ਦੇ ਵਿੱਚ ਉਹ ਲਾਗੂ ਕਰਨਾ ਉਹਨਾਂ ਨੇ ਸ਼ੁਰੂ ਵੀ ਕਰਤਾ। ਔਰ ਦੂਜਾ ਕਹਿੰਦੇ ਕਿ ਬਾਹਰਲਾ ਜੋ ਵੀ ਕਲਚਰ ਹੈ, ਬਾਹਰ ਦੇ ਕਲਚਰ ਨੂੰ ਪਤਾ ਨਹੀਂ ਕਿਵੇਂ ਦੇਖਦੇ ਨੇ ਉਹ, ਕਹਿੰਦੇ ਕਿ ਕੁਝ ਚੀਜ਼ਾਂ ਨੇ ਜਿਹੜੀਆਂ, ਕੁਝ ਪਹਿਰਾਵੇ ਨੇ, ਕਹਿੰਦੇ ਸਾਡੇ ਇੱਥੇ ਦੇ ਨਹੀਂ ਹੈਗੇ, ਉਹ ਬਾਹਰ ਦੇ ਨੇ, ਉਹਨੂੰ ਲੈ ਕੇ ਵੀ ਬੜਾ ਵਿਵਾਦ ਚੱਲਦਾ ਹੈਗਾ। ਤੇ ਇਹ ਜਿਹੜੀ ਜਿਵੇਂ ਤੁਸੀਂ ਪਹਿਲਾਂ ਉਹ ਜ਼ਿਕਰ ਕੀਤਾ ਕਿ ਜਿਹੜਾ ਖਾਣਾ ਤਾਂ ਪਹਿਲਾਂ ਵੀ ਮੌਜੂਦ ਸੀਗਾ ਪੰਜਾਬ ਦੇ ਵਿੱਚ, ਜਿਹੜੇ ਤੁਸੀਂ ਲੱਸੀ ਦਾ ਜ਼ਿਕਰ ਕੀਤਾ, ਗੁੜ ਦਾ ਜ਼ਿਕਰ ਕੀਤਾ, ਛੋਲਿਆਂ ਦਾ ਜ਼ਿਕਰ ਕੀਤਾ, ਪ੍ਰਸ਼ਾਦ ਦੇ ਨਾਲ ਛੋਲਿਆਂ ਦਾ ਜ਼ਿਕਰ ਕੀਤਾ, ਕੜਾਹ ਪ੍ਰਸ਼ਾਦ ਦੇ ਨਾਲ, ਉਹ ਤਾਂ ਪਹਿਲਾਂ ਵੀ ਸੀਗਾ, ਵੀ ਬਾਅਦ ਦੇ ਵਿੱਚ ਬਰਗਰ ਪੀਜ਼ੇ ਜਿਹੜੇ ਆ ਗਏ ਨੇ ਉਹ। ਹੁਣ ਇਸ ਨੂੰ ਕਿਵੇਂ ਸਮਝੀਏ? ਬੀਜੇਪੀ ਇੱਕ ਪਾਸੇ ਪ੍ਰਚਾਰ ਕਰਦੀ ਹੈ, ਕਹਿੰਦੇ ਕਿ ਅਸੀਂ ਤਾਂ ਜੀ ਦੇਖੋ ਜਿਹੜੀ ਵਿਦੇਸ਼ੀ ਚੀਜ਼ਾਂ ਨੇ ਜੀ ਉਹਨਾਂ ਨੂੰ ਅਸੀਂ ਉਹ ਕਰ ਰਹੇ ਹਾਂ ਤੇ ਆਪਣੀ ਸੰਸਕ੍ਰਿਤੀ ਅਸੀਂ ਲਾਗੂ ਕਰ ਰਹੇ ਹਾਂ। ਨਹੀਂ, ਗਲਤ ਕਹਿੰਦੇ ਨੇ। ਇਹੀ ਹੈ, ਇਹ ਛਲਾਵਾ ਹੈ। ਇਹ ਛਲਾਵਾ ਕਿਵੇਂ ਹੈ? ਇਹਨਾਂ ਦਾ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਇਹਨਾਂ ਦੇ ਮਨ ਚ ਹੋਰ ਹੈ, ਮੁੱਖ ਚ ਹੋਰ ਹੈ। ਜਿਹੜਾ ਪ੍ਰਧਾਨ ਮੰਤਰੀ 10 ਲੱਖ ਦਾ ਕੋਟ ਪਾਉਂਦਾ ਹੈ, ਜਿਹੜਾ ਪ੍ਰਧਾਨ ਮੰਤਰੀ 8000 ਕਰੋੜ ਦੇ ਹਵਾਈ ਜਹਾਜ਼ ਚੜ੍ਹਦਾ ਹੈ, ਜਿਹੜਾ ਪ੍ਰਧਾਨ ਮੰਤਰੀ 25000 ਕਰੋੜ ਦਾ ਵਿਸਤਾ ਬਣਾਉਂਦਾ ਹੈ, ਉਹ ਗਰੀਬਾਂ ਦੀ ਸੋਚਦਾ ਹੈ। ਉਹ 107 ਦੇ ਉੱਤੇ ਆਏ ਭੁੱਖਮਰੀ ਇੰਡੈਕਸ ਦੀ ਸੋਚਦਾ ਹੈ। ਉਹ ਅਨਪੜ੍ਹਾਂ ਦੀ ਸੋਚਦਾ ਹੈ। ਉਹ ਉਹਨਾਂ ਬੱਚਿਆਂ ਦੀ ਸੋਚਦਾ ਹੈ। ਘੁੰਮਣ ਸਾਹਿਬ ਬੈਠੇ ਨੇ, ਇਹਨਾਂ ਨੂੰ ਸ਼ਾਇਦ ਮੇਰੇ ਗੱਲ ਨਾਲ ਇਹ ਮਤਭੇਦ ਵੀ ਹੋਵੇ। ਅਸੀਂ 1.5 ਗੁਣਾ ਤਨਖਾਹ ਦੇ ਰਹੇ ਹਾਂ ਪੰਜਾਬ 'ਚ ਟੀਚਰ ਨੂੰ, ਤੇ ਬੱਚੇ ਤਾਂ 8ਵੀਂ ਦਿਨ ਨੂੰ ਤਕਸੀਮ ਨਹੀਂ ਕਰਨੀ ਆਉਂਦੀ 735 ਨੂੰ 3 ਨਾਲ। 16% ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਪਹਿਲੀ ਗੱਲ, ਉਹ ਝੂਠ ਬੋਲਦੇ ਨੇ, ਗਲਤ ਬਿਆਨੀ ਕਰਦੇ ਨੇ। ਉਹ ਉਸੇ ਤਰ੍ਹਾਂ ਹੀ ਪਾਕਿਸਤਾਨ ਵੀ ਇਹੀ ਕੁਛ ਕਰ ਰਿਹਾ। ਸਾਡਾ ਪਾਸਟ ਬੜਾ ਚੰਗਾ ਸੀ। ਮੈਂ ਇਹ ਨਹੀਂ ਕਿਹਾ ਕਿ ਟੈਕਨੋਲੋਜੀ ਨਹੀਂ ਚਾਹੀਦੀ, ਮੈਂ ਇਹ ਕਿਹਾ ਟੈਕਨੋਲੋਜੀ ਜਦ ਤੁਸੀਂ ਲੋਕਾਂ ਦੇ ਜੀਵਨ 'ਚ ਡੇ ਟੂ ਡੇ ਲਾਈਫ ਦੇ ਉੱਤੇ ਟੈਕਨੋਲੋਜੀ ਨਾਲ ਚੀਜ਼ਾਂ ਬਣਾਓ ਤੇ ਲੋਕਾਂ ਨੂੰ ਸਸਤੀਆਂ ਮਿਲਣ, ਵਧੀਆ ਮਿਲਣ। ਇਹ ਥੋੜਾ ਵੀ ਹਰੇਕ ਗੱਲ ਟੈਕਨੋਲੋਜੀ ਦੇ ਨਾਲ ਇਹ ਜਾਣਬੁੱਝ ਕੇ ਕਰ ਰਹੇ ਨੇ, ਕਿਉਂਕਿ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ। ਘੁੰਮਣ ਸਾਹਿਬ ਨੇ ਗਿਣਿਆ ਵੀ ਹੈ ਕਿ ਕਿਵੇਂ ਸੈਕੰਡ ਨੰਬਰ ਦੇ ਉੱਤੇ ਅਡਾਨੀ ਆ ਗਿਆ ਤੇ 2 ਲੱਖ ਕਰੋੜ ਦੀ ਜਾਇਦਾਦ 3 ਮਹੀਨਿਆਂ 'ਚ ਵੱਧ ਜਾਂਦੀ ਹੈ। 4,82,000 ਕਰੋੜ ਦੀ ਪਿਛਲੇ 1 ਸਾਲ 'ਚ ਵੱਧਦੀ ਹੈ। ਉਦੋਂ ਜਦੋਂ ਕਰੋਨਾ ਦੇ ਵਿੱਚ ਲੋਕਾਂ ਦਾ ਰੋਜ਼ਗਾਰ ਚਲੇ ਗਿਆ, ਲੋਕਾਂ ਕੋਲ ਖਾਣ ਨੂੰ ਨਹੀਂ ਕੁਛ। ਮੈਂ ਛੋਟੀ ਜਿਹੀ ਗੱਲ ਤੇ ਆਉਣਾ ਵੀ ਸਾਡੀ ਦੇਸ਼ ਦੇ, ਸਾਡੀ ਸਿਆਸਤ ਗੰਦੀ ਸਿਆਸਤ ਹੈ। ਇੱਕ ਪਾਰਟੀ ਨਹੀਂ ਕਰਦੀ ਬੀਜੇਪੀ, ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਵਪਾਰੀ ਨੇ, ਪਰਿਵਾਰੀ ਨੇ, ਦਰਬਾਰੀ ਨੇ। ਕਿਸੇ ਪਾਰਟੀ ਦਾ ਸਿਆਸਤਦਾਨ ਲੋਕਾਂ ਦੀ ਗੱਲ, ਲੋਕਾਂ ਨੂੰ ਵੱਖਰਾ ਇਹਨੇ ਲੜੀ ਭਾਅ ਫੜਾਉਂਦਾ ਹੈ, ਗਵਾਰਾ ਦੇ ਕੇ ਟਾਲਦਾ ਹੈ। ਉਹ ਆਪਦਾ ਵਪਾਰ ਵਧਾ ਰਿਹਾ ਹੈ, ਆਪਦਾ ਪਰਿਵਾਰ ਵਧਾ ਰਿਹਾ ਹੈ, ਆਪਦੀ ਤਾਕਤ ਲੈਣਾ ਚਾਹੁੰਦਾ। ਇਸੇ ਕਰਕੇ ਛਾਲੇ ਮਾਰਦੇ ਨੇ। ਅੱਜ ਤੋਂ 40 ਸਾਲ ਪਹਿਲਾਂ ਪਾਰਟੀ ਬਦਲਣ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ, ਅੱਜ ਪਾਰਟੀ ਬਦਲਣ ਨੂੰ ਤਾਕਤ ਸਮਝਿਆ ਜਾ ਰਿਹਾ ਹੈ। ਅੱਜ ਅਸੀਂ ਇਹੋ ਜਿਹਾ ਸਿਸਟਮ ਬਣਾਤਾ ਵੀ ਜਿੱਥੇ ਚੋਰ, ਠੱਗ, ਉਚੱਕੇ, ਬਦਮਾਸ਼ ਉਹ ਰਾਜ ਕਰਦੇ ਨੇ। ਸ਼ਰੀਫ ਆਦਮੀ ਉਹ ਆਪਦੀ ਪੱਤ ਬਚਾਉਣ ਵਾਸਤੇ ਹਾੜੇ ਕਰਦਾ, ਯੂਨੀਵਰਸਿਟੀ ਜਾ ਰਹੇ, ਹਸਪਤਾਲ ਜਾ ਰਹੇ, ਕਾਲਜ ਜਾ ਰਹੇ ਵੀ ਜਨਾਬ ਮੇਰੀ ਕੋਈ ਪੱਤ ਨਾ ਲਾ ਦੇ ਪੈਸੇ ਦੇ ਕੇ ਵੀ। ਬਿਜਲੀ ਬੋਰਡ 'ਚ ਬਿੱਲ ਭਰਨ ਚਲਾ ਜਾਵੇ, ਡਾਕਖਾਨੇ ਚਲਾ ਜਾਵੇ, ਰੇਲਵੇ ਚਲਾ ਜਾਵੇ, ਉਹ ਕਹਿੰਦਾ ਬਾਬਾ ਮੇਰੀ ਪੱਗ ਨਾ ਲਾ ਦੇਣ ਪੈਸੇ ਦੇ ਕੇ ਵੀ। ਸ਼ਰੀਫ ਆਦਮੀ ਡਰਦਾ ਹੈ ਔਰ ਹਰ ਥਾਂ ਤੋਂ ਉਹਦੀ ਪੱਗ ਲਾਹੀ ਜਾਂਦੀ ਹੈ ਔਰ ਉਹਨਾਂ ਨੂੰ ਹੀ ਤਨਖਾਹਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਨੇ। ਇਹ ਸਿਆਸਤ ਦਾ ਕੰਮ ਹੈ। ਸਿਆਸਤ ਕਿਉਂਕਿ ਕਹਿੰਦੀ ਆ ਵੀ ਦੁਮ ਛੱਡੇ ਪਾਲ ਲਓ, ਇਹਨਾਂ ਨੂੰ ਆਵੇ ਕੁਛ ਨਾ। ਕਿ ਇਹੀ ਜਿਹੜਾ ਵਰਲਡ ਬੈਂਕ ਹੈ, ਜਿਹੜੀਆਂ ਵਰਲਡ ਦੀਆਂ ਸੰਸਥਾਵਾਂ ਨੇ, ਉਹ ਇਹ ਚਾਹੁੰਦੇ ਨੇ ਕਿ ਤੁਸੀਂ ਬੇਵਕੂਫ ਬਣੇ ਰਹੋ, ਤੁਸੀਂ ਮੱਧ ਯੁੱਗ 'ਚ ਜੀਓ, ਤੁਸੀਂ ਸੋਮਨਾਥ ਦੇ ਮੰਦਿਰ ਦੀ ਉਦਾਹਰਨ ਦੇਈ ਜਾਓ ਤਾਂ ਕਿ ਸਾਇੰਸ ਐਂਡ ਟੈਕਨੋਲੋਜੀ ਤੁਸੀਂ ਅੱਗੇ ਨਾ ਜਾਓ ਤੇ ਤੁਸੀਂ ਪਿੱਛੇ ਰਹਿ ਜਾਓ। ਸਾਡਾ ਸਮਾਨ ਖਰੀਦੋ। ਠੀਕ ਹੈ, ਠੀਕ ਹੈ। ਆਪਾਂ ਇੱਕ ਪਾਸੇ ਤੁਸੀਂ ਰਫੇਲ ਜਹਾਜ਼ ਖਰੀਦ ਰਹੇ ਹੋ, ਦੂਜੇ ਪਾਸੇ ਲੋਕਾਂ ਨੂੰ ਕਹਿੰਦੇ ਹੋ ਤੁਸੀਂ ਵੀ ਕੱਪੜੇ ਨਾ ਪਾਓ। ਮੈਂ ਇੱਕ ਲਾਈਨ 'ਚ ਕਹਾਂਗਾ ਵੀ ਜਦ ਅਸੀਂ
ਦੇਸ਼ ਦੇ ਵਿੱਚ ਜੋ ਕੁਛ ਹੈ, ਬੀਜੇਪੀ ਜਿਹੜਾ ਟਕਵੰਜ ਬਣਾ ਰਹੀ ਹੈ ਜੀ, ਦੇਸੀ ਖਾਓ ਜੀ, ਫਲਾਣਾ ਖਾਓ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਲੋਕਾਂ ਨੂੰ ਖਾਣਾ ਮਿਲਦਾ ਨਹੀਂ। ਇਹ ਗੱਲ ਕਿਹਨੂੰ ਕਰਦੇ ਨੇ, ਕਾਟ ਕਿਉਂ ਕਰ ਰਹੀ ਹੈ? 30% ਮਿਡਲ ਕਲਾਸ ਹੈ ਭਾਰਤ ਦੇ ਵਿੱਚ, ਉਹਦੇ ਕੋਲ ਥੋਕ ਰੇਟ 'ਤੇ ਪੈਸਾ ਹੈ, ਉਹੀ ਹਵਾਈ ਜਹਾਜ਼ ਚੜ੍ਹਦੇ ਨੇ, ਉਹੀ ਵੱਡੀਆਂ ਕੋਠੀਆਂ ਬਣਾਉਂਦੇ ਨੇ, ਥੱਬਾ ਥੱਬਾ ਤਨਖਾਹਾਂ ਦਾ। ਆ ਪਿੱਛੇ ਇੱਕ ਲਾਈਨ ਕਹਾਂਗਾ, ਮੇਰੀ ਪੈਨਸ਼ਨ 1 ਲੱਖ ਸੀਗੀ ਸਤੰਬਰ 2021 ਚ, ਅੱਜ ਉਹ 1,35,000 ਹੋ ਗਈ। ਮੇਰੇ ਵਰਗੇ ਬੁੜੇ ਆਦਮੀ ਨੂੰ, ਵਿਹਲੇ ਬੈਠੇ ਨੂੰ 35,000 ਵਧਾਤਾ, ਤੇ ਨੌਜਵਾਨ ਨੂੰ 5,000 ਦੇ ਰਹੇ ਨੇ, ਮੁੰਝ ਕੁੱਟ ਰਹੇ ਨੇ ਉਹਦੀ। ਅਰੇ ਇੱਕ ਵਿਦਵਾਨ ਇਹ ਤੇ ਬੋਲਣ ਨੂੰ ਤਿਆਰ ਨਹੀਂ, ਕਹਿੰਦਾ ਨਾ ਸਾਡੇ ਤਾਂ ਮਿਲਣੇ ਚਾਹੀਦੇ ਨੇ। ਤੇ ਜੇ ਤੁਹਾਨੂੰ ਹੀ ਮਿਲਣੇ ਚਾਹੀਦੇ ਨੇ ਤੇ ਤੁਹਾਡਾ ਪੇਟ ਵੱਡਾ ਹੋਊਗਾ। ਤੁਸੀਂ ਦੇਖ ਲਓ ਮਿਡਲ ਕਲਾਸ 'ਚ ਇਹ ਬਹੁਤ ਵੈਲਿਡ ਪੁਆਇੰਟ ਸਰ, ਤੁਸੀਂ ਬਹੁਤ ਵੈਲਿਡ ਪੁਆਇੰਟ ਚੱਕਿਆ। ਮੈਂ ਜਾਂਦੇ ਹੋ ਦੂਜੇ ਨੂੰ ਤੁਸੀਂ ਉਹੀ ਸਟਾਰ ਕਰੀ ਜਾਂਦੇ ਹੋ, ਉਹ ਤੋਂ ਮੁੰਝ ਕੁੱਟਦੇ ਹੋ, ਜੁੱਤੀਆਂ ਨਾਲ ਕਰ ਲੈਂਦੇ ਹੋ। ਤੁਸੀਂ ਰੌਲਾ ਪਵਾਉਂਦੇ ਹੋ ਵੀ ਇੱਥੇ ਭਈਆਂ ਨੂੰ ਤਾਂ ਤੁਸੀਂ ਰੋਟੀ ਨਹੀਂ ਦੇ ਰਹੇ ਉਰੇ, ਉਹ ਤੁਹਾਡੀ ਖੇਤੀ ਕਰਦੇ ਨੇ, ਤੁਸੀਂ ਖੜਾ ਕਰਤਾ ਵੀ ਹੁਣ ਭਈਏ ਸਾਡੀਆਂ ਜ਼ਮੀਨਾਂ ਖਰੀਦ ਲੈਣਗੇ। ਸੋ ਇਸ ਕਰਕੇ ਤੁਸੀਂ ਲੋਕਾਂ ਤੇ ਮਾਨਸਿਕ, ਤੁਹਾਡਾ ਸਵਾਲ ਸੀ ਉਹਦਾ ਜਵਾਬ ਦੇਣਾ, ਮਾਨਸਿਕ ਤਣਾਅ ਇੰਨਾ ਜ਼ਿਆਦਾ ਬਣਾਤਾ ਤੁਸੀਂ, ਜਿਹਦੇ ਨਾਲ ਉਹ ਬਿਮਾਰ ਵੀ ਹੋ ਰਿਹਾ, ਜਿਹਦੇ ਨਾਲ ਉਹਦਾ ਨਿਊਟ੍ਰੀਸ਼ਨ ਵੀ, ਉਹਨੂੰ ਪਚਦੀ ਨਹੀਂ ਰੋਟੀ ਜਿਹੜੀ ਮਿਲਦੀ ਵੀ ਆ ਮਾੜੀ ਮੋਟੀ, ਪਹਿਲਾਂ ਤਾਂ ਉਹਨੂੰ ਮਿਲਦੀ ਨਹੀਂ। ਟੁੱਟ ਭੱਜ ਦੇ ਵਿੱਚ ਜਦ ਫਸਾਦ ਹੁੰਦੇ ਨੇ ਉਦੋਂ ਰੋਟੀ ਸਭ ਤੋਂ ਪਹਿਲਾਂ ਸਫਰ ਕਰਦੀ ਹੈ। ਸੋ ਨਾ ਉਹਨੂੰ ਰੋਟੀ ਮਿਲੇ, ਨਾ ਜਿਹੜੀ ਮਿਲਦੀ ਆ ਉਹਨੂੰ ਪਚੇ, ਤੇ ਨਾ ਉਹਨੂੰ ਖਾਣ ਦਾ ਵਕਤ ਮਿਲੇ, ਕਿਉਂਕਿ ਤੁਸੀਂ ਉਹਦੇ ਤੇ ਮਾਨਸਿਕ ਦਬਾਅ ਤੇ ਸਰੀਰਕ ਦਬਾਅ ਇੰਨਾ ਪਾਤਾ ਆਪਣੀਆਂ ਗਲਤ ਕਾਮਿਆਂ ਦੇ ਨਾਲ। ਡਾਕਟਰ ਸਾਹਿਬ ਜੀ, ਖਰਾਬ ਕਰ ਰਹੇ ਹੋ। ਮੈਂ ਆਰਐਸ ਘੁੰਮਣ ਸਾਹਿਬ ਥੋੜਾ ਹੀ ਟਾਈਮ ਬਾਕੀ ਆ ਹੁਣ। ਇੱਕ ਤਾਂ ਤੁਸੀਂ ਜੋ ਗਰਗ ਸਾਹਿਬ ਨੇ ਕਿਹਾ ਉਸ ਦੇ ਉੱਪਰ ਵੀ ਪ੍ਰਤੀਕਰਮ ਜ਼ਰੂਰ ਦਿਓ, ਜਿਸ ਤਰੀਕੇ ਦੀ ਉਹਨਾਂ ਨੇ ਗੱਲਾਂ ਕਹੀਆਂ ਹੈਗੀਆਂ ਨੇ। ਦੂਜਾ ਮੇਰਾ ਸਵਾਲ ਇੰਨਾ ਕੁ ਹੈ ਕਿ ਜਿਹੜਾ ਜਦੋਂ ਆਪਾਂ 1990 ਦੇ ਦਹਾਕੇ ਦੇ ਵਿੱਚ, ਪਹਿਲਾਂ ਡਾਕਟਰ ਪਿਆਰੇ ਲਾਲ ਗਰਗ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਪ੍ਰਚਾਰ ਉਸ ਵੇਲੇ ਦੇ ਟਾਈਮ ਤੇ ਕੁਝ ਜ਼ਿਆਦਾ ਹੋਇਆ ਔਰ ਕੰਡੀਸ਼ਨ ਜਿਹੜੀ ਹੈ ਬਿਹਤਰ ਹੋਈ, ਤਾਂ ਕੀ ਜਦੋਂ 1990 ਦੇ ਦਹਾਕੇ ਦੇ ਵਿੱਚ ਜਿਹੜਾ ਗਲੋਬਲ ਆਪਾਂ ਹੋਣਾ ਸ਼ੁਰੂ ਹੋਇਆ ਆਪਣਾ ਮੁਲਕ, ਕੀ ਉਸ ਦਾ ਅਸਰ ਵੀ ਜਿਹੜਾ ਹੈ ਇਹਨਾਂ ਚੀਜ਼ਾਂ ਦੇ ਉੱਪਰ ਪਿਆ ਜੋ ਅੱਜ ਸਾਡੇ ਹਾਲਾਤ ਨੇ ਹੰਗਰ ਇੰਡੈਕਸ ਦੇ ਵਿੱਚ ਜਿਹੜੇ ਨੇ ਉਹ ਡਾਊਨ ਹੁੰਦੇ ਜਾ ਰਹੇ ਨੇ? ਮੇਰਾ ਕਹਿਣ ਦਾ ਮਤਲਬ ਕਿ ਕੈਪੀਟਲਿਸਟ ਇਕਨੋਮੀ ਜਿਹੜੀ ਹੈ, ਅਗਰ ਉਸ ਵੱਲ ਨੂੰ ਵੱਧ ਰਿਹਾ ਇੰਡੀਆ, ਤਾਂ ਉਹ ਵੀ ਇੱਕ ਕਾਰਨ ਹੈਗਾ। ਦੇਖੋ, ਜਿਹੜੀ ਕੈਪੀਟਲਿਸਟ ਇਕਨੋਮੀ ਹੁੰਦੀ ਹੈ ਨਾ ਜੀ, ਉਹਦੇ 'ਚ ਇਨਬਿਲਟ ਹੀ ਹੁੰਦਾ ਕਿ ਜਿਹਦੇ ਕੋਲ ਸਾਧਨ ਨੇ ਉਹੀ ਗਰੋ ਕਰੇਗਾ। ਦੂਜਾ ਹੈ ਕਿ ਸਟੇਟ ਤੇ ਕੌਣ ਕਾਬਜ ਹੈ, ਸਟੇਟ ਤੇ ਜਿਹੜੇ ਲੋਕ ਕਾਬਜ ਹੋਣਗੇ ਉਹ ਉਹਨਾਂ ਲੋਕਾਂ ਦਾ ਖਿਆਲ ਰੱਖਣਗੇ ਜਿਹੜੇ ਉਹਨਾਂ ਨੂੰ ਫੰਡਿੰਗ ਕਰ ਰਹੇ। ਇਹਦੇ ਵਿੱਚ ਮੈਂ ਪਹਿਲਾਂ ਵੀ ਕੀਤਾ ਸੀ ਕਿ ਇੱਕ ਕਾਰਨ ਕਰਕੇ ਭੁੱਖਮਰੀ ਨਹੀਂ ਹੈ, ਇੱਕ ਕਾਰਨ ਕਰਕੇ ਬੇਰੁਜ਼ਗਾਰੀ ਨਹੀਂ ਹੈ, ਇੱਕ ਕਾਰਨ ਕਰਕੇ ਨਾ ਬਰਾਬਰੀ ਨਹੀਂ ਹੈ। ਇਹਦੇ ਵਿੱਚ ਆਰਥਿਕ ਨੀਤੀਆਂ ਤੇ ਪੋਲੀਟੀਕਲ ਇਕਾਨਮੀ ਤੇ ਪੋਲਿਟਿਕਸ ਨੂੰ ਕਮਾਂਡ ਕਰਨ ਵਾਲੇ ਲੋਕ ਜਿਹੜੇ ਨੇ ਉਹ ਸਾਰੇ ਜ਼ਿੰਮੇਵਾਰ ਨੇ। ਤੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਮੈਂ ਬਹੁਤ ਵਾਰੀ ਪਹਿਲਾਂ ਕਿਹਾ ਕਿ ਜਿਹੜੀ ਅੰਤਰਰਾਸ਼ਟਰੀ ਤੁਹਾਡੀਆਂ ਵਿੱਤੀ ਸੰਸਥਾਵਾਂ ਨੇ, ਭਾਵੇਂ ਵਰਲਡ ਬੈਂਕ ਆ, IMF ਹੈ, ਉਹ ਭਾਵੇਂ ਉਸ ਤੋਂ ਪਹਿਲਾਂ ਵਾਸ਼ਿੰਗਟਨ ਕੰਸੈਂਸਸ 1979 ਤੇ ਚਲੇ ਜਾਓ, ਇਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਇਹ ਆਮਦਨ ਤੇ ਧਨ ਦੀ ਨਾ ਬਰਾਬਰੀ ਨੂੰ ਬੜਾਵਾ ਦੇਣ ਵਾਲੀਆਂ ਨੇ ਸਾਰੀਆਂ। ਤੇ ਦੂਜਾ ਜਿਹੜਾ ਹੈ ਕਿ ਤੁਹਾਡੀ ਜਿਹੜੀ ਇਸ ਵੇਲੇ ਟੈਕਨੋਲੋਜੀ ਹੈ ਉਹ ਸਾਰੀ ਦੀ ਸਾਰੀ ਲੇਬਰ ਡਿਸਪਲੇਸਿੰਗ ਹੈ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਟੈਕਨੋਲੋਜੀ ਲੋਕਾਂ ਵਾਸਤੇ ਵੀ ਵਰਤੋ ਨਾ, ਜੇ ਤੁਸੀਂ ਲੇਬਰ ਡਿਸਪਲੇਸ ਕਰਨੀ ਹੈ। ਜੇ ਤੁਸੀਂ ਤੀਜਾ ਜਿਹੜਾ ਇਹਨਾਂ ਨੇ ਕਿਹਾ ਨਾ, ਉਹਦੇ ਤੇ ਮੈਂ ਇੱਕ ਜ਼ਰੂਰ ਕਹਾਂਗਾ ਕਿ ਅਸਲ ਦੇ ਵਿੱਚ ਇੱਕ ਤਾਂ ਹੈ ਕਿ ਵੱਡੀ ਲਕੀਰ ਨੂੰ ਛੋਟੀ ਕਰ ਦਿਓ, ਇੱਕ ਤਾਂ ਇਹ ਤਰੀਕਾ ਹੈ, ਉਹ ਵੀ ਹੋ ਸਕਦਾ ਹੈ। ਦੂਜਾ ਹੈ ਕਿ ਛੋਟੀ ਲਕੀਰ ਨੂੰ ਵੱਡੀ ਕਰ ਦਿਓ। ਜਿਵੇਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ 93% ਜਿਹੜੀ ਤੁਹਾਡੀ ਵਰਕ ਫੋਰਸ ਇੰਡੀਆ 'ਚ ਉਹ ਇਨਫਾਰਮਲ ਸੈਕਟਰ 'ਚ ਹੈ, ਤੇ ਹੁਣ ਤਾਂ ਦਿਖਾਂ ਤੇ ਹੈ ਕਿ ਸਰਕਾਰੀ ਖੇਤਰ ਵੀ ਇਨਫਾਰਮਲ ਹੋਣ ਲੱਗ ਗਏ ਨੇ। ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਤੁਸੀਂ 9,000 ਤੇ ਯੂਥ ਨੂੰ ਰੱਖ ਰਹੇ ਹੋ ਜਾਂ 15,000 ਤੇ ਲੈਕਚਰ ਪੜ੍ਹਾਉਣ ਵਾਲਾ ਕਾਲਜ 'ਚ ਰੱਖ ਰਹੇ ਹੋ ਜਾਂ ਈਵਨ ਡਾਕਟਰ ਵੀ, ਤਾਂ ਇਹ ਸਾਰਾ ਮਾਡਲ ਜਿਹੜਾ ਨਾ ਆਪਣੇ ਆਪ 'ਚ ਗਲਤ ਹੈ। ਤੇ ਇਹਦੇ ਨਾਲ ਤੁਹਾਡੀ ਭੁੱਖਮਰੀ ਵੀ ਹੋਰ ਵਧਣੀ ਹੈ। ਰੁਜ਼ਗਾਰ, ਕੇਵਲ ਰੁਜ਼ਗਾਰ ਇਹ ਨਹੀਂ ਕਹਿਣ ਕਿ ਬੰਦਾ ਬਾਰੁਜ਼ਗਾਰ ਹੈ। ਰੁਜ਼ਗਾਰ ਦੀ ਕੁਆਲਿਟੀ ਕੀ ਹੈ, ਰੁਜ਼ਗਾਰ ਦੇ ਵੇਜਸ ਕੀ ਹੈ, ਰੁਜ਼ਗਾਰ ਬਦਲੇ ਉਹਨੂੰ ਮਿਲਦਾ ਕੀ ਹੈ, ਇਹ ਇੰਪੋਰਟੈਂਟ ਹੈ। ਤੇ ਮੈਨੂੰ ਲੱਗਦਾ ਕਿ ਉਸ ਸੰਦਰਭ 'ਚ ਸਾਰੀਆਂ ਚੀਜ਼ਾਂ ਵੇਖਣ ਦੀ ਲੋੜ ਹੈ। ਤੇ ਜਿੰਨਾ ਚਿਰ ਤੱਕ ਤੁਹਾਡੇ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਠੀਕ ਨਹੀਂ ਹੁੰਦੀਆਂ, ਦੇਖੋ, ਜਾਂ ਤਾਂ ਤੁਸੀਂ ਇੱਕ ਤਾਂ ਹੈਗਾ ਤੁਹਾਡੇ ਸਾਹਮਣੇ ਮਾਡਲ ਸੀ ਸੋਸ਼ਲਿਜ਼ਮ ਦਾ, ਉਹ
ਕਿਸੇ ਨਾ ਕਿਸੇ ਰੂਪ 'ਚ ਕੋਲੈਪਸ ਕਰ ਗਿਆ। ਦੂਜਾ ਤੁਹਾਡੇ ਕੋਲੇ ਜਿਹੜੇ ਨਾਰਡਿਕ ਜ਼ੋਨ ਹੈ, ਸਕੈਂਡੀਨੇਵੀਅਨ ਕੰਟਰੀ ਹੈ, ਉੱਥੇ ਇੱਕ ਡੈਮੋਕ੍ਰੈਟਿਕ ਸੋਸ਼ਲਿਜ਼ਮ ਵਾਲੀ ਗੱਲ ਆਪਾਂ ਪ੍ਰਾਊਡਲੀ ਕਹਿ ਸਕਦੇ ਹਾਂ, ਭਾਵੇਂ ਡਾਕਟਰ ਸਾਹਿਬ ਮੇਰੇ ਨਾਲ ਸਹਿਮਤ ਨਾ ਹੋਣ, ਪਰ ਉਹਦੇ ਵਿੱਚ ਹੈ ਕਿ ਉਹਦੇ ਇੰਨੀ ਜਿਹੜੀ ਇਨਇਕੁਐਲਿਟੀ ਨਹੀਂ ਹੈ। ਤੀਜਾ ਹੈ ਕਿ ਜਿਹੜਾ ਇਹ ਕੈਪੀਟਲਿਸਟ ਸਿਸਟਮ ਜਿਹੜਾ ਹੈ ਨਾ, ਇਹ ਸਮਝ ਨਹੀਂ ਰਿਹਾ ਕਿ ਇਹਦੇ ਜਿਹੜੀ ਧਰੋਹਰ ਹੈ ਉਹ ਹੈ ਕੰਜ਼ੰਪਸ਼ਨ ਲੈਡ ਗਰੋਥ ਮਾਡਲ, ਖਪਤਕਾਰ ਵਿਕਾਸ ਮਾਡਲ ਹੈ, ਤੇ ਜੇ ਖਪਤ ਨਹੀਂ ਹੋਏਗੀ ਤੇ ਇਹਨੇ ਵੀ ਕੋਲੈਪਸ ਕਰ ਜਾਣਾ। ਇਹ ਮੈਂ ਬਹੁਤ ਬਿਲਕੁਲ ਕਿ ਤੁਹਾਡੇ ਆਪਣੇ ਹਿੱਤ ਦੇ ਵਿੱਚ ਵੀ ਨਹੀਂ ਹੈ ਕਿ ਤੁਸੀਂ ਇੰਨੀ ਬੇਰੁਜ਼ਗਾਰੀ, ਇੰਨੀ ਗਰੀਬੀ, ਇੰਨੀ ਨਾ ਬਰਾਬਰੀ ਵਧਾ ਦਿਓ ਕਿ ਇਹ ਲੋਕਾਂ ਕੋਲੇ ਖਰੀਦ ਸ਼ਕਤੀ ਨਾ ਰਹੇ। ਮੈਂ ਕਾਫੀ 116 ਕੰਟਰੀਜ਼ ਦੀ ਸਟੱਡੀ ਪਿਛਲੇ ਸਮੇਂ 'ਚ ਕੀਤੀ ਹੈ, ਉਹ ਪੇਪਰ ਛਪਿਆ ਵੀ ਵੱਡਾ। ਇਹ ਪਿਛਲੇ 30 ਸਾਲਾਂ ਦੇ ਵਿੱਚ ਬੇਰੁਜ਼ਗਾਰੀ ਬਹੁਤ ਸਾਰੇ ਕੰਟਰੀ 'ਚ ਜਾਂ ਵਧੀ ਹੈ ਜਾਂ ਉੱਥੇ ਰਹੀ ਹੈ। ਇਸੇ ਤਰ੍ਹਾਂ ਇਨਇਕੁਐਲਿਟੀ ਵਧੀ ਹੈ ਸਾਰੇ ਕੰਟਰੀ, ਤੇ ਇਨਇਕੁਐਲਿਟੀ ਜਿਹੜਾ ਇਸ ਵੇਲੇ ਵਿਕਾਸ ਦਾ ਮਾਡਲ ਹੈ ਉਹਦੇ ਵੀ ਹਿੱਤ ਵਿੱਚ ਨਹੀਂ ਹੈ। ਤੇ ਇਸ ਕਰਕੇ ਜੇ ਅਸੀਂ ਪੁੱਠਾ ਗੇੜਾ ਤਾਂ ਟੈਕਨੋਲੋਜੀ ਨੂੰ ਨਹੀਂ ਦੇ ਸਕਦੇ, ਪਰ ਟੈਕਨੋਲੋਜੀ ਇਸ ਤਰ੍ਹਾਂ ਦੀ ਹੋਏ ਕਿ ਉਹਨਾਂ ਦਾ ਜੋ ਪੈਦਾ ਹੋ ਰਿਹਾ, ਜੋ ਬੈਨੀਫਿਟ ਹੈ, ਉਹ ਥੱਲੇ ਵੀ ਪਰਕੂਲੇਟ ਹੋਣ। ਨਹੀਂ ਤਾਂ ਫਿਰ ਸਾਰਾ ਜਿਹੜਾ ਜੀਵਨ ਹੈ ਇਹ ਉਥਲ ਪੁਥਲ ਹੋ ਸਕਦਾ ਹੈ, ਅਨਾਰਕੀ ਹੋ ਸਕਦੀ ਹੈ, ਔਰ ਈਵਨ ਇਨਸਟੇਬਿਲਿਟੀ ਹੋ ਸਕਦੀ ਹੈ, ਤੇ ਪੋਲੀਟੀਕਲ ਅਸਥਿਰਤਾ ਜਿਹੜੀ ਹੈ ਉਹ ਬੜੀ ਖਤਰਨਾਕ ਹੁੰਦੀ ਹੈ। ਸੋ ਮੈਨੂੰ ਲੱਗਦਾ ਕਿ ਸਾਰੇ ਕੁਝ ਇਹ ਸਮਝਣ ਦੀ ਲੋੜ ਹੈ ਕਿ ਲੋਕ ਜਿਹੜੇ ਹੈ ਉਹਨਾਂ ਨੂੰ ਇੱਕ ਹੱਦ ਤੋਂ ਵੱਧ ਜਿਹੜਾ ਉਹ ਇਸ ਲੈਵਲ ਤੱਕ ਨਾ ਜਾਣ, ਤੇ ਵੈਂਟ ਜੇ ਨਹੀਂ ਦਿੰਦੇ ਤਾਂ ਫਿਰ ਵਿਸਫੋਟਕ ਹੋਏਗਾ। ਜੀ ਜੀ ਡਾਕਟਰ ਸਾਹਿਬ, ਦੋਨੋਂ ਮਹਿਮਾਨਾਂ ਦਾ ਮੈਂ ਸ਼ੁਕਰੀਆ ਕਰੂੰਗਾ। ਸਮਾਂ ਮੇਰੇ ਕੋਲ ਘੱਟ ਹੈ, ਮੈਂ ਇਸ ਨੂੰ ਕੰਟੀਨਿਊ ਜਿਹੜਾ ਹੋਰ ਨਹੀਂ ਕਰ ਸਕਦਾ। ਫਿਰ ਜ਼ਰੂਰ, ਕਿਉਂਕਿ ਬਹੁਤ ਬਰੋਡ ਵਿਸ਼ਾ ਹੈਗਾ ਔਰ ਕਾਫੀ ਡੂੰਘਾਈ ਨਾਲ ਇਸ ਦੇ ਉੱਪਰ ਚਰਚਾ ਹੋਣੀ ਚਾਹੀਦੀ ਹੈ। ਮੈਂ ਸਬਬ ਬਣਿਆ ਤਾਂ ਇਸ ਦੇ ਉੱਪਰ ਜ਼ਰੂਰ ਇੱਕ ਚਰਚਾ ਹੋਰ ਜਿਹੜੀ ਆ ਉਹ ਰੱਖਣ ਦੀ ਕੋਸ਼ਿਸ਼ ਕਰੂੰਗਾ। ਫਿਲਹਾਲ ਤੁਸੀਂ ਦੋਨੇ ਡਾਕਟਰ ਪਿਆਰੇ ਲਾਲ ਗਰਗ ਔਰ RS ਘੁੰਮਣ ਜੀ ਸਾਡੇ ਨਾਲ ਜੁੜੇ, ਦੋਨੋਂ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਸੋ ਗੱਲਬਾਤ ਕਰ ਰਹੇ ਸੀ ਗਲੋਬਲ ਹੰਗਰ ਇੰਡੈਕਸ ਜੋ ਕਿ ਜਾਰੀ ਕੀਤਾ ਗਿਆ। ਦੋ ਸੰਸਥਾਵਾਂ ਨੇ, ਪਹਿਲਾਂ ਵੀ ਮੈਂ ਜ਼ਿਕਰ ਕਰ ਚੁੱਕਿਆ, ਕੰਸਰਨ ਵਰਲਡ ਵਾਈਡ ਤੇ ਵੈਲਟ ਹੰਗਰ ਹਾਈਫ, ਜਿਹੜੀਆਂ ਦੋ ਸੰਸਥਾਵਾਂ ਨੇ, ਜਰਮਨ ਦੀ ਸੰਸਥਾ ਹੈਗੀ ਹੈ, ਇਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ। ਔਰ ਇੰਡੀਆ ਦਾ ਰੈਂਕ ਜਿਹੜਾ ਉਹ ਕਾਫੀ ਜ਼ਿਆਦਾ ਪਿੱਛੇ ਹੈ। ਚਰਚਾ ਦਾ ਵਿਸ਼ਾ ਇੰਡੀਆ 'ਚ ਬਣਿਆ ਹੋਇਆ ਹੈ। ਸਰਕਾਰਾਂ ਇਸ ਨੂੰ ਜਿਹੜਾ ਉਹ ਕਹਿ ਰਹੀਆਂ ਕਿ ਠੀਕ ਨਹੀਂ ਹੈ ਇਹ ਜੋ ਅੰਕੜਾ ਜਾਰੀ ਕੀਤਾ ਹੋਇਆ, ਪਰ ਜਿਵੇਂ ਕਿ ਤੁਸੀਂ ਇਸ ਡਿਸਕਸ਼ਨ ਦੇ ਵਿੱਚੋਂ ਸੁਣਿਆ ਕਿ ਕਾਫੀ ਚਿੰਤਾਜਨਕ ਚੀਜ਼ਾਂ ਹੈਗੀਆਂ ਨੇ। ਉਮੀਦ ਹੈ ਕਿ ਤੁਹਾਨੂੰ ਇਸ ਦੇ ਵਿੱਚੋਂ ਪੁਆਇੰਟਸ ਨੇ ਜਿਹੜੇ ਉਹ ਜ਼ਰੂਰ ਮਿਲੇ ਹੋਣਗੇ ਔਰ ਤੁਸੀਂ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਲਾਗੂ ਜਿਹੜਾ ਉਹ ਜ਼ਰੂਰ ਕਰ ਸਕਦੇ ਹੋ ਜਾਂ ਕਰੋਗੇ। ਔਰ ਉਮੀਦ ਕਰਦਾ ਕਿ ਇਸ ਡਿਸਕਸ਼ਨ ਦੇ ਵਿੱਚੋਂ ਕੁਝ ਸਾਰਥਕ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਈਆਂ ਹੋਣਗੀਆਂ। ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਬਲਦੀਪ ਸਿੰਘ ਕਾਂਗ ਨੂੰ ਦਿਓ ਇਜਾਜ਼ਤ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।